तो ਸਵੇਰ ਹੀਮੋਫੀਲੀਆ 'ਚ ਇਹ ਨਹੀਂ ਹੈਗਾ ਕਿ ਤੁਹਾਡੇ ਸੱਟ ਵੱਜਣ 'ਤੇ ਬਲੀਡਿੰਗ ਹੋਊਗੀ। ਤੁਹਾਡੇ ਸੁੱਤੇ ਪਿਆਂ ਵੀ ਬਲੀਡਿੰਗ ਹੋ ਸਕਦੀ ਹੈ ਕਿਸੇ ਵੀ ਪਾਰਟ ਵਿੱਚ, ਸਿਰ ਵਿੱਚ ਵੀ ਹੋ ਸਕਦੀ ਹੈ, ਪੇਟ ਵਿੱਚ ਵੀ ਹੋ ਸਕਦੀ ਹੈ, ਤੁਹਾਡੇ ਕਿਸੇ ਜੁਆਇੰਟ ਵਿੱਚ ਵੀ ਹੋ ਸਕਦੀ ਹੈ। ਉਸ ਤੋਂ ਬਾਅਦ ਜਦੋਂ ਉੱਠਦਾ ਹੀਮੋਫੀਲਿਕ ਉਹਨੂੰ ਉਦੋਂ ਹੀ ਪਤਾ ਲੱਗਦਾ ਕਿ ਮੇਰੇ ਬਲੀਡ ਹੋ ਗਿਆ। ਅਦਰਵਾਈਜ਼ ਜੇ ਆਪਾਂ ਕਿਸੇ ਜਾੜ ਵੀ ਕੱਢ ਦਾਂਗੇ ਵਿਦਆਊਟ ਫੈਕਟਰ ਆਪਾਂ ਉਹਨੂੰ ਜਾੜ ਕੱਢ ਦਾਂਗੇ ਤੇ ਉਹ ਹਾਂ ਬਲੀਡਿੰਗ ਉਹਦੀ ਬੰਦ ਹੀ ਨਹੀਂ ਹੋਏਗੀ ਤੇ ਉਹਨਾਂ ਡੈਥ ਵੀ ਹੋ ਸਕਦੀ ਹੈ, ਇਵਨ ਜਾੜ ਕੱਢਣ ਨਾਲ ਵੀ। ਇਹ ਬਾਏ ਬਰਥ ਹੀ ਹੁੰਦਾ ਹੈ। ਸੋ ਛੋਟਾ ਬੱਚਾ ਜਦੋਂ ਰਿੜਨ ਲੱਗ ਜਾਂਦਾ ਹੈ, ਉਹਦੇ ਦੰਦ ਨਿਕਲਦੇ ਆ, ਉਦੋਂ ਹੀ ਉਹਨਾਂ ਦਾ ਪਤਾ ਲੱਗ ਜਾਂਦਾ ਕਿ ਇਹਨੂੰ ਹੀਮੋਫੀਲੀਆ ਹੈ। ਉਹ ਰਿੜੂਗਾ, ਉਹਦੇ ਨੀਲ ਪੈ ਜਾਣਗੇ, ਗੋਡਿਆਂ ਦੇ ਉੱਤੇ ਨੀਲ ਪੈ ਜਾਣਗੇ, ਬਾਹਾਂ ਦੇ ਉੱਤੇ ਨੀਲ ਪੈ ਜਾਣਗੇ। ਫੈਕਟਰ ਅਵੇਲੇਬਿਲਿਟੀ ਨਹੀਂ ਸੀਗੀ ਉਦੋਂ ਜਿਹੜੀ ਹੀਮੋਫਿਲਿਕ ਦੀ ਜਿਹੜੀ ਲਾਈਫ ਐਕਸਪੈਕਟੈਂਸੀ ਆ ਉਹ 40-45 ਸਾਲ ਮੰਨੀ ਜਾਂਦੀ ਵੀ 40 ਸਾਲ ਜਿੰਦਾ ਰਹੂਗਾ ਬੰਦਾ। ਸਾਡੇ ਪੇਸ਼ੈਂਟਸ ਜਿਹੜੇ ਹੈਗੇ ਉਹ ਮਰਨ ਵਰਤ 'ਤੇ ਬੈਠਣ ਲਈ ਵੀ ਤਿਆਰ ਹੈਗੇ ਆ। ਉਹ ਸਭ ਕਹਿੰਦੇ ਕਿ ਅਸੀਂ ਤਾਂ ਇੱਥੇ ਬਹਿ ਜਾਂਦੇ ਹਾਂ, ਸਾਨੂੰ ਜਿੰਨੇ ਦੇਰ ਜਿੰਦਾ ਹੈਗੇ ਨੇ ਤਾਂ ਅਸੀਂ ਇੱਥੇ ਹੀ ਮਰ ਜਾਵਾਂਗੇ। ਜੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ। ਅੱਜ ਪ੍ਰੈਸ ਕਲੱਬ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਹੀਮੋਫੀਲੀਆ ਦੇ ਮਰੀਜ਼ ਆਏ ਹੋਏ ਨੇ। ਇੱਥੇ ਇੱਕ ਬੈਠਕ ਹੋ ਰਹੀ ਹੈ ਔਰ ਉਸ ਬੈਠਕ ਦੇ ਵਿੱਚ ਸਾਡੇ ਨਾਲ ਇਸ ਟਾਈਮ ਡਾਕਟਰ ਨੇ ਵਰਿੰਦਰ ਬਰਾੜ, ਜਿਹੜੇ ਕਿ ਪੇਸ਼ੇ ਤੋਂ ਡਾਕਟਰ ਨੇ ਪਰ ਉਸ ਦੇ ਬਾਵਜੂਦ ਆਪ ਵੀ ਹੀਮੋਫੀਲੀਆ ਦੇ ਮਰੀਜ਼ ਵੀ ਨੇ, ਵਾਈਸ ਪ੍ਰੈਜ਼ੀਡੈਂਟ ਨੇ। ਖਾਸ ਕਰਕੇ ਜੇ ਗੱਲ ਕਰੀਏ ਹੀਮੋਫੀਲੀਆ ਐਡਵੋਕੇਸੀ ਜਿਹੜੀ ਇੱਥੇ ਸੁਸਾਇਟੀ ਦੇ ਨੂੰ ਲੈ ਕੇ ਇੱਥੇ ਗੱਲਬਾਤ ਕਰ ਰਹੇ ਨੇ। ਡਾਕਟਰ ਸਾਹਿਬ, ਪਹਿਲਾ ਸਵਾਲ ਤਾਂ ਮੇਰਾ ਇਹ ਹੈਗਾ ਕਿ ਪੰਜਾਬ ਦੇ ਵਿੱਚ ਇਸ ਟਾਈਮ ਮਰੀਜ਼ ਕਿੰਨੇ ਕੁ ਨੇ? ਮੈਮ, ਜੋ ਸਾਡੇ ਕੋਲ ਗਵਰਨਮੈਂਟ ਵਿੱਚ ਰਜਿਸਟਰਡ ਆ ਉਹ 550 ਪੇਸ਼ੈਂਟਸ ਰਜਿਸਟਰਡ ਹੈ। ਅਤੇ ਜੇ ਆਪਾਂ ਵੈਸੇ ਕੈਲਕੂਲੇਟ ਕਰੀਏ ਜੋ ਡਾਟਾ ਹੈਗਾ ਕਿ 5000 ਪਾਪੂਲੇਸ਼ਨ ਦੇ ਪਿੱਛੇ ਇੱਕ ਹੀਮੋਫਿਲਿਕ ਪੇਸ਼ੈਂਟ ਹੁੰਦਾ ਹੈ। ਅੱਛਾ ਜੀ। ਅਤੇ ਉਹ ਵੀ ਜੇ ਆਪਾਂ ਕੈਲਕੂਲੇਟ ਕਰੀਏ ਤਾਂ ਆਲ ਓਵਰ ਪੰਜਾਬ ਵਿੱਚ 5 ਤੋਂ 6000 ਪੇਸ਼ੈਂਟ ਹੋਣਾ ਚਾਹੀਦਾ। ਸੋ ਉਹ ਸਾਡੇ ਕੋਲ ਪੇਸ਼ੈਂਟਸ ਹਲੇ ਰਜਿਸਟਰਡ ਨਹੀਂ, ਡਾਇਗਨੋਸ ਨਹੀਂ, ਅਤੇ ਉਹਦੇ ਲਈ ਮੀਨਸ ਆਪਾਂ ਨੂੰ ਹੋਰ ਕੰਮ ਕਰਨਾ ਪਊਗਾ। ਗਵਰਨਮੈਂਟ ਹੌਸਪੀਟਲਸ ਵਿੱਚ ਟੈਸਟਿੰਗ ਕਰਨੀ ਪਏਗੀ, ਅਵੇਲੇਬਿਲਿਟੀ ਕਰਨੀ ਪਏਗੀ। ਉਹਦੇ ਲਈ ਆਪਾਂ ਨੂੰ ਹੋਰ ਕੰਮ ਕਰਨਾ ਪਏਗਾ। ਜਿਹੜੇ ਹੁਣ ਗਵਰਨਮੈਂਟ ਹੌਸਪੀਟਲਸ ਆ, 3 ਮੈਡੀਕਲ ਕਾਲਜਿਸ ਆ, ਉਹਨਾਂ ਦੇ ਵਿੱਚ ਟੈਸਟਿੰਗ ਫੈਸਿਲਿਟੀਜ਼ ਅਵੇਲੇਬਲ ਕਰਨੀਆਂ ਪੈਣਗੀਆਂ, ਮੈਡੀਸਿਨ ਅਵੇਲੇਬਲ ਕਰਨੀ ਪਏਗੀ, ਡਾਕਟਰਸ ਨੂੰ ਟ੍ਰੇਨ ਕਰਨਾ ਪਏਗਾ। ਅਤੇ ਇੱਦਾਂ ਦੇ ਕੰਮ ਜਿਹੜੇ ਹੈਗੇ ਆਪਾਂ ਨੂੰ ਜਿਹੜੇ ਹੋਰ ਡਾਇਗਨੋਸ ਅਤੇ ਜਿਹੜੇ ਆਪਾਂ ਕਹੀਏ ਕਿ ਲੋਕਾਂ ਨੂੰ ਇਸ ਬਾਰੇ ਅਵੇਅਰਨੈਸ ਹੀ ਹੈ ਨਹੀਂ, ਉਹਨੂੰ ਆਪਾਂ ਨੂੰ ਸਪਰੈਡ ਕਰਨਾ ਪਏਗਾ ਅਵੇਅਰਨੈਸ। ਮੇਰਾ ਸਵਾਲ ਇੱਥੇ ਇਹ ਸੀਗਾ ਕਿ ਬੇਸਿਕਲੀ ਇਹ ਥੋੜ੍ਹਾ ਜਿਹਾ ਸਮਝਾਉਣਾ ਵੈਸੇ ਹੈ, ਮਤਲਬ ਹੀਮੋਫੀਲੀਆ ਕਹਿ ਦਿੰਦੇ ਹਾਂ ਆਪਾਂ ਆਮ ਮੋਟੀ ਜਿਹੀ ਟਰਮ ਦੇ ਵਿੱਚ, ਪਰ ਅਸਲ 'ਚ ਹੈ ਕੀ ਹੈ, ਕਿਵੇਂ ਦੀ ਕੰਡੀਸ਼ਨ ਹੈ? ਜਿਵੇਂ ਕਿ ਇੰਟਰਨਲ ਬਲੀਡਿੰਗ ਹੋ ਜਾਂਦੀ ਹੈ, ਇਹ ਕਿਸ ਤਰੀਕੇ ਦੀ ਇੱਕ ਕੰਡੀਸ਼ਨ ਹੈ ਜਿਸ 'ਚ ਇੰਟਰਨਲ ਬਲੀਡਿੰਗ ਹੋ ਜਾਂਦੀ ਹੈ ਔਰ ਕਿਉਂ ਹੈਗੀ? ਜ਼ਿਆਦਾਤਰ ਜਿਹੜਾ ਮੈਨੂੰ ਸੁਣਨ ਨੂੰ ਜਿੰਨੀ ਕੁ ਮੈਨੂੰ ਸਮਝ ਆਈ ਹੈ ਉਹ ਇਹੀ ਹੈਗੀ ਕਿ ਇਹ ਜਿਹੜੀ ਕੰਡੀਸ਼ਨ ਹੁੰਦੀ ਹੈ ਕਿਸੇ ਵੀ ਮਰੀਜ਼ ਦੀ, ਜਾਂ ਇਹਨੂੰ ਬਿਮਾਰੀ ਕਹਿ ਸਕਦੇ ਹਾਂ, ਉਹ ਬੇਸਿਕਲੀ ਜਿਹੜੀ ਹੈਗੀ ਹੈ ਉਹ ਹੈਰੀਡਿਟਰੀ ਹੈਗੀ ਹੈ। ਇਹ ਜਿਹੜੀ ਹੈਗੀ ਹੈ ਪੂਰੇ ਤਰੀਕੇ ਦੇ ਨਾਲ ਪੁਸ਼ਤੈਨੀ ਕਹਿ ਸਕਦੇ ਹਾਂ ਜਾਂ ਵੰਸ਼ ਦੇ ਵਿੱਚੋਂ ਦੀ ਪਿੱਛੋਂ ਦੀ ਜਿਹੜੀ ਹੈ ਤੁਰੀ ਆਉਂਦੀ ਹੈ। ਮੈਨੂੰ ਜੈਨੇਟਿਕਸ ਦੇ ਵਿੱਚ ਜੇ ਆਪਾਂ ਦੇਖੀਏ ਇਹਨੂੰ ਐਕਸ ਲਿੰਕਡ ਆਪਾਂ ਡਿਜ਼ੀਜ਼ ਕਹਿੰਦੇ ਹਾਂ, ਐਕਸ ਕ੍ਰੋਮੋਸੋਮ ਨਾਲ ਲਿੰਕ ਹੁੰਦੀ ਹੈ। ਇਸ ਦੇ ਵਿੱਚ ਜ਼ਿਆਦਾ ਇਫੈਕਟਡ ਤਾਂ ਮੇਲਸ ਹੁੰਦੇ ਆ, ਜਿਹੜੀਆਂ ਫੀਮੇਲਸ ਹੁੰਦੀਆਂ ਉਹ ਇਸ ਬਿਮਾਰੀ ਨੂੰ ਅੱਗੇ ਕੈਰੀ ਕਰਦੀਆਂ। ਸਪੋਜ਼ ਕਰੀਏ ਕਿਸੇ ਨੂੰ ਹੀਮੋਫੀਲੀਆ ਹੈਗਾ, ਉਹ ਹੀਮੋਫੀਲੀਆ ਜਿਹੜਾ ਹੈਗਾ ਉਹਦੀ ਜਿਹੜੀ ਮਦਰ ਹੋਗੀ ਨਾ, ਉਹ ਮਦਰ ਹਮੇਸ਼ਾ ਇੱਕ ਕੈਰੀਅਰ ਹੋਗੀ। ਸੋ ਉਸ ਦੇ ਜਿਹੜੇ ਬੱਚੇ ਆ, ਇੱਕ ਕੈਰੀਅਰ ਮਦਰ ਦੇ ਬੱਚੇ ਆ, ਉਹਦੇ ਬੇਟੇ ਆ ਜਿਹੜੇ ਉਹ ਹੀਮੋਫਿਲਿਕ ਵੀ ਹੋ ਸਕਦੇ ਆ, ਉਹ ਨੋਰਮਲ ਪਰਸਨ ਵੀ ਹੋ ਸਕਦੇ ਆ, ਮੀਨਸ ਨੋਨ ਹੀਮੋਫਿਲਿਕ ਵੀ ਹੋ ਸਕਦੇ। ਉਵੇਂ ਜਿਹੜੀ ਉਹਨਾਂ ਦੀ ਬੇਟੀਆਂ ਉਹ ਕੈਰੀਅਰ ਵੀ ਹੋ ਸਕਦੀਆਂ ਗਾਂ ਅਤੇ ਗਾਂ ਨੋਰਮਲ ਵੀ ਹੋ ਸਕਦੀਆਂ। ਸੋ ਦੋਨੇ 50-50% ਚਾਂਸਿਸ ਹੁੰਦੀ ਆ ਉਹਦੇ ਵਿੱਚ ਕਿ ਜਿਹੜੇ ਇੱਕ ਮਦਰ ਦੇ ਬੱਚੇ ਆ ਉਹਨਾਂ ਨੂੰ ਹੀਮੋਫੀਲੀਆ ਹੋ ਵੀ ਸਕਦਾ ਅਤੇ ਨਹੀਂ ਵੀ। ਉਵੇਂ ਜਿਹੜੀ ਬੇਟੀਆਂ ਉਹ ਕੈਰੀਅਰ ਹੋ ਸਕਦੀਆਂ ਨਹੀਂ। ਉਵੇਂ ਜਿਹੜਾ ਕੋਈ ਹੀਮੋਫਿਲਿਕ ਆ ਉਸ ਦੇ ਜਿਹੜੇ ਬੱਚੇ ਹੋਣਗੇ ਉਹਨਾਂ ਵਿੱਚੋਂ ਜਿਹੜੇ ਉਹਦੇ ਬੇਟੇ ਆ ਉਹ 100% ਨੋਰਮਲ ਹੋਣਗੇ। ਸਾਰੇ ਬੱਚੇ ਮੀਨਸ ਬੇਟੇ ਸਾਰੇ ਨੋਰਮਲ ਹੋਣਗੇ ਅਤੇ ਜਿਹੜੀਆਂ ਬੇਟੀਆਂ ਹੁੰਦੀਆਂ ਇੱਕ ਹੀਮੋਫਿਲਿਕ ਦੀਆਂ ਉਹ ਹਮੇਸ਼ਾ ਕੈਰੀਅਰ ਹੀ ਹੋਣਗੀਆਂ। ਸੋ ਇਸ ਲਈ PGI ਵਿੱਚ ਮੀਨਸ ਐਂਟੀਨੇਟਲ ਚੈੱਕਅਪ ਦੇ ਵਿੱਚ ਉਹ ਟੈਸਟਿੰਗ ਕਰਕੇ ਵੀ ਇਹ ਦੱਸ ਦਿੰਦੇ ਆ ਕਿ ਤੁਹਾਡੇ ਜਿਹੜਾ ਬੱਚਾ ਹੈ ਇਹਦਾ ਗਾਂ ਇਹ ਕੈਰੀਅਰ ਹੈ ਕਿ ਨਹੀਂ ਹੈ। ਸੋ ਉਸ ਦੇ ਹਿਸਾਬ ਨਾਲ ਤੁਸੀਂ ਅੱਗੇ ਬਰਥ ਪਲੈਨਿੰਗ ਕਰ ਸਕਦੇ ਹੋ।
ਇਹ ਕੁਝ ਕਿਸੇ ਤਰੀਕੇ ਦਾ ਡੀਐਨਏ 'ਚ ਕੋਈ ਡਿਸਟੋਰਸ਼ਨ ਹੈ ਕਿ ਦਿੱਕਤ ਕਿਸ ਤਰੀਕੇ ਦੇ ਨਾਲ ਕਿਉਂ ਹੀਮੋਫੀਲੀਆ ਵਰਗੀ ਜਿਹੜੀ ਕੰਡੀਸ਼ਨ ਆਉਂਦੀ ਹੈ? ਔਰ ਬੜਾ ਅਜੀਬ ਜੀ ਗੱਲ ਹੈ ਕਿ ਆਪਣੇ ਆਪ ਹੀ ਬਿਨਾਂ ਸੱਟ ਲੱਗਣ ਤੇ ਤਾਂ ਹੋ ਹੀ ਸਕਦੀ ਹੈ, ਪਰ ਬਿਨਾਂ ਸੱਟ ਲੱਗੇ ਵੀ ਕਈ ਵਾਰੀ ਕਹਿੰਦੇ ਕਈ ਲੋਕ ਕਿ ਥੋੜਾ ਜਿਹਾ ਜ਼ਿਆਦਾ ਚੱਲ ਲਈਏ ਜਾਂ ਥੋੜਾ ਜਿਹਾ ਟੇਢਾ ਮੇਢਾ ਬੈਠ ਲਏ, ਬਲੀਡਿੰਗ ਇੰਟਰਨਲ ਸ਼ੁਰੂ ਹੋ ਗਈ, ਗੋਡੇ 'ਚ ਹੋ ਗਈ, ਕਿਸੇ ਦੇ ਬਾਂਹ 'ਚ ਹੋ ਗਈ। ਹਾਂਜੀ ਮੈਮ, ਇਸ ਨੂੰ ਜੇ ਸਾਇੰਟੀਫਿਕ ਤਰੀਕੇ ਨਾਲ ਦੇਖੀਏ ਤਾਂ ਜਿਹੜੀ ਇੱਕ ਡੀਐਨਏ ਜਿਹੜੇ ਪੇਅਰਸ ਹੁੰਦੇ ਆ ਨਾ, ਆਪਾਂ ਕਹੀਏ ਜੋੜੀਆਂ ਹੁੰਦੀਆਂ, ਉਸ ਦੇ ਵਿੱਚ 25 ਤਰ੍ਹਾਂ ਦੇ ਇਦਾਂ ਦੇ ਪੇਅਰ ਦੇਖੇ ਗਏ ਆ ਕਿ ਜੇ ਉਹ ਸਟ੍ਰੈਂਡਸ ਉੱਦਾਂ ਦੇ ਹੈਗੇ ਆ ਤੇ ਉਹ ਪਰਸਨ ਹੀਮੋਫਿਲਿਕ ਹੋਏਗਾ। ਸੋ ਉਹ ਡੀਐਨਏ ਮੀਨਸ ਉਹਨੂੰ ਮਿਊਟੇਸ਼ਨ ਸਟੱਡੀ ਕਹਿ ਦਿੰਦੇ ਆ। ਉਹ ਮਿਊਟੇਸ਼ਨ ਸਟੱਡੀ ਕਰਕੇ ਹੀ ਪਤਾ ਲੱਗਦਾ ਕਿ ਤੁਹਾਡੇ ਪਰਿਵਾਰ ਵਿੱਚੋਂ ਮਤਲਬ ਕਿ ਸਪੋਜ਼ ਕਰੀਏ 2 ਬੱਚੇ ਆ ਜਾਂ 2 ਲੜਕੀਆਂ 2 ਲੜਕੇ ਆ, ਉਹਦੇ ਵਿੱਚ ਫਿਰ ਉਹ ਡੀਐਨਏ ਟੈਸਟਿੰਗ ਕਰਕੇ ਹੀ ਉਹ ਤੁਹਾਨੂੰ ਮਾਰਕਰਸ ਹੁੰਦੇ ਆ ਉਹਦੇ ਲਈ, ਤੇ ਉਹ ਫਿਰ ਤੁਹਾਨੂੰ ਦੱਸ ਦਿੰਦੇ ਆ ਕਿ ਤੁਹਾਡਾ ਆਹ ਬੱਚਾ ਕੈਰੀਅਰ ਆ, ਆਹ ਬੱਚਾ ਤੁਹਾਡਾ ਹੀਮੋਫਿਲਿਕ ਆ। ਤੇ ਜਿਹੜਾ ਇਹ ਹੀਮੋਫੀਲੀਆ ਹੈ ਇਹ ਮੈਮ 3 ਤਰ੍ਹਾਂ ਦਾ ਹੁੰਦਾ ਹੈ। ਨਾਰਮਲੀ ਇਹਦੇ 'ਚ ਕੀ ਆ ਕਿ ਇੱਕ ਤਾਂ ਫੈਕਟਰ 8 ਐਂਡ 9 ਦੇ ਪੇਸ਼ੈਂਟ ਹੁੰਦੇ ਆ, ਫਿਰ ਅੱਗੇ ਜਿਹੜਾ ਫੈਕਟਰ 8 ਦੇ ਵੀ ਸਪੋਜ਼ ਕਰੋ ਪੇਸ਼ੈਂਟ ਆ, ਉਹਦੇ 'ਚ 3 ਤਰ੍ਹਾਂ ਦੇ ਹੁੰਦੇ ਆ, ਇੱਕ ਮਾਈਲਡ, ਇੱਕ ਮੋਡਰੇਟ ਤੇ ਇੱਕ ਸੀਵੀਅਰ। ਮਾਈਲਡ ਪੇਸ਼ੈਂਟ ਹੁੰਦੇ ਆ ਜਿਨ੍ਹਾਂ 'ਚ ਥੋੜ੍ਹਾ ਬਹੁਤ ਫੈਕਟਰ ਜਿਹਨੂੰ ਕਹਿ ਦਿੰਦੇ ਆ, ਉਹਦਾ ਐਕਚੁਅਲੀ ਉਹਨੂੰ ਕਹਿੰਦੇ ਆ ਐਂਟੀ ਹੀਮੋਫਿਲਿਕ ਕਲੌਟਿੰਗ ਫੈਕਟਰ। ਸੋ ਉਹਦੀ ਕਮੀ ਹੁੰਦੀ ਹੈ। ਜਿਨ੍ਹਾਂ ਦੇ ਵਿੱਚ 5% ਤੋਂ ਉੱਪਰ ਲੈਵਲ ਹੈਗਾ ਉਹਦਾ, ਉਹ ਮਾਈਲਡ ਕੈਟੇਗਰੀ 'ਚ ਆ ਜਾਂਦੇ ਆ। ਜਿਹੜੇ 2 ਤੋਂ 5% ਜਿਨ੍ਹਾਂ ਦਾ ਲੈਵਲ ਆ ਉਹ ਮੋਡਰੇਟ ਆ ਜਾਂਦੇ ਆ, ਅਤੇ ਜਿਹੜਿਆਂ ਦਾ ਲੈਸ ਦੈਨ 1 ਹੁੰਦਾ ਉਹ ਸਵੀਅਰ ਹੀਮੋਫਿਲਿਕ ਹੁੰਦੇ ਆ। ਜਿਹੜੇ ਸਵੀਅਰ ਹੀਮੋਫਿਲਿਕ ਆ ਉਹਨਾਂ ਵਿੱਚ ਸਭ ਤੋਂ ਜ਼ਿਆਦਾ ਪ੍ਰੋਬਲਮ ਆਉਂਦੀ ਆ, ਅਤੇ ਜ਼ਿਆਦਾ ਪੇਸ਼ੈਂਟ ਵੀ ਸਵੀਅਰ ਹੀਮੋਫੀਲੀਆ ਦੇ ਹੁੰਦੇ ਆ। ਅਤੇ ਸਵੀਅਰ ਹੀਮੋਫੀਲੀਆ 'ਚ ਇਹ ਨਹੀਂ ਹੈਗਾ ਕਿ ਤੁਹਾਡੇ ਸੱਟ ਵੱਜਣ 'ਤੇ ਬਲੀਡਿੰਗ ਹੋਊਗੀ, ਤੁਹਾਡੇ ਸੁੱਤੇ ਪਿਆਂ ਵੀ ਬਲੀਡਿੰਗ ਹੋ ਸਕਦੀ ਹੈ ਕਿਸੇ ਵੀ ਪਾਰਟ ਵਿੱਚ, ਸਿਰ ਵਿੱਚ ਵੀ ਹੋ ਸਕਦੀ ਹੈ, ਪੇਟ ਵਿੱਚ ਵੀ ਹੋ ਸਕਦੀ ਹੈ, ਤੁਹਾਡੇ ਕਿਸੇ ਜੁਆਇੰਟ ਵਿੱਚ ਵੀ ਹੋ ਸਕਦੀ ਹੈ। ਉਸ ਤੋਂ ਬਾਅਦ ਜਦੋਂ ਉੱਠਦਾ ਹੀਮੋਫਿਲਿਕ, ਉਹਨੂੰ ਉਦੋਂ ਹੀ ਪਤਾ ਲੱਗਦਾ ਕਿ ਮੇਰੇ ਬਲੀਡ ਹੋ ਗਿਆ। ਸੋ ਜਿਹੜੀਆਂ ਹੁਣ ਸਾਨੂੰ ਟ੍ਰੀਟਮੈਂਟ ਮਿਲ ਰਿਹਾ ਉਹਦੇ ਵਿੱਚ ਸਾਨੂੰ ਔਨ ਡਿਮਾਂਡ ਟ੍ਰੀਟਮੈਂਟ ਮਿਲ ਰਿਹਾ। ਉਹਦੇ ਵਿੱਚ ਇਹ ਹੈ ਕਿ ਜਦੋਂ ਤੁਹਾਡੇ ਸੱਟ ਵੱਜ ਗਈ ਉਦੋਂ ਤੁਹਾਨੂੰ ਉਹ ਫੈਕਟਰ ਮਿਲੂਗਾ। ਇਵੇਂ ਇੱਕ ਪ੍ਰੋਫਾਈਲੈਕਟਿਕ ਟ੍ਰੀਟਮੈਂਟ ਹੁੰਦਾ ਜਿਹਦੇ ਵਿੱਚ ਤੁਹਾਨੂੰ ਹਰ ਤੀਜੇ ਦਿਨ ਐਂਟੀ ਹੀਮੋਫਿਲਿਕ ਜਿਹੜਾ ਫੈਕਟਰ ਹੈ ਉਹ ਇੰਜੈਕਸ਼ਨ ਕਹਿ ਲਓ ਵੀ, ਉਹ ਇੰਜੈਕਸ਼ਨ ਤੁਹਾਨੂੰ ਮਿਲਦਾ ਹੀ ਮਿਲਦਾ ਹੈ, ਅਤੇ ਉਹਦੇ ਨਾਲ ਤੁਹਾਡੇ ਫਿਰ ਬਲੀਡ ਹੋਣ ਦੇ ਚਾਂਸਿਸ ਘੱਟ ਜਾਂਦੇ ਆ। ਇਸ ਟਾਈਮ ਜਿਹੜਾ ਜੇ ਆਪਾਂ ਪੰਜਾਬ ਦੀ ਗੱਲ ਕਰ ਲਈਏ ਤਾਂ ਤੁਸੀਂ ਪੰਜਾਬ ਦੇ ਸਿਹਤ ਮੰਤਰੀ, ਜਿਵੇਂ ਤੁਸੀਂ ਖੁਦ ਡਾਕਟਰ, ਤੁਸੀਂ ਜਾਣਦੇ ਹੋ ਕਿ ਸਿਹਤ ਮੰਤਰੀ ਵੀ ਡਾਕਟਰ ਨੇ ਇਸ ਟਾਈਮ 'ਤੇ ਬਲਬੀਰ ਸਿੰਘ, ਅਤੇ ਕੀ ਤੁਸੀਂ ਉਹਨਾਂ ਨੂੰ ਅਪਰੋਚ ਕੀਤੀ ਤੁਹਾਡੀ ਸੁਸਾਇਟੀ ਵੱਲੋਂ ਜਾਂ ਕੁਛ ਤੁਸੀਂ ਉਹਨਾਂ ਨੂੰ ਮਿਲੇ ਤੁਸੀਂ ਲੋਕ? ਹਾਂਜੀ ਮੈਮ, ਸਾਡਾ ਪ੍ਰੋਗਰਾਮ ਕੀਤਾ ਸੀ ਅਸੀਂ ਪਟਿਆਲਾ ਵਿੱਚ 25 ਜੂਨ ਨੂੰ। ਉਸ ਵਿੱਚ ਡਾਕਟਰ ਬਲਬੀਰ ਸਿੰਘ ਜੀ ਇਨਵਾਈਟਡ ਸੀਗੇ, ਅਤੇ ਸਰ ਨੇ ਆ ਕੇ ਸਾਨੂੰ ਉਦੋਂ ਪੂਰਾ ਭਰੋਸਾ ਦਿੱਤਾ ਸੀਗਾ ਕਿ ਉਹ ਜਲਦੀ ਅਵੇਲੇਬਿਲਿਟੀ ਕਰਾਉਣਗੇ, ਕਿਉਂਕਿ ਸਾਨੂੰ ਇਹ 2-3 ਮਹੀਨੇ ਤੋਂ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਕਿ ਜਿਹੜਾ ਇਹਦਾ ਐਂਟੀ ਹੀਮੋਫਿਲਿਕ ਫੈਕਟਰ ਆ ਉਹ ਮੀਨਸ ਬਿਲਕੁਲ ਹੀ ਖਤਮ ਆ, ਨਾ ਮਾਤਰ ਦੀ ਤਰ੍ਹਾਂ। ਮੀਨਸ ਆਲ ਓਵਰ ਪੰਜਾਬ 'ਚ 3 ਮੈਡੀਕਲ ਕਾਲਜਿਸ ਆ ਜਿਨ੍ਹਾਂ 'ਚ ਫੈਕਟਰ ਆਉਂਦਾ, ਅਤੇ 22 ਜ਼ਿਲ੍ਹੇ ਆ, ਅਤੇ ਉਹਦੇ ਵਿੱਚ ਇਹ ਹੈ ਕਿ ਕਿਸੇ ਇੱਕ ਜ਼ਿਲ੍ਹੇ 'ਚ ਹੈਗਾ ਅਤੇ ਦੂਜੇ 'ਚ ਖਤਮ ਹੋ ਗਿਆ, ਅਤੇ ਉਹ ਪੇਸ਼ੈਂਟ ਇਸ ਭੱਜ ਦੌੜ ਵਿੱਚ ਹੀ ਲੱਗੇ ਰਹਿੰਦੇ ਕਿ ਅੱਜ ਸੰਗਰੂਰ ਚਲੇ ਜਾਓ, ਕੱਲ੍ਹ ਨੂੰ ਮੁਕਤਸਰ ਚਲੇ ਜਾਓ, ਕੱਲ੍ਹ ਨੂੰ ਪਠਾਨਕੋਟ ਚਲੇ ਜਾਓ, ਅਤੇ ਉਹ ਭੱਜ ਦੌੜ 'ਚ ਹੀ ਰਹਿੰਦੇ ਆ ਕਿ ਉੱਥੇ ਜਾ ਕੇ ਫੈਕਟਰ ਲਵਾਓ। ਜਦ ਕਿ ਪੇਸ਼ੈਂਟਸ ਦੇ ਹਿਸਾਬ ਨਾਲ ਉਹਨਾਂ ਨੇ ਵੰਡ ਕੇ ਦਿੰਦੇ ਆ ਫੈਕਟਰ ਕਿ ਕਿਸੇ ਜ਼ਿਲ੍ਹੇ ਵਿੱਚ 15 ਪੇਸ਼ੈਂਟ, ਉਸ ਹਿਸਾਬ ਨਾਲ ਉੱਥੇ ਫੈਕਟਰ ਜਾਂਦਾ, ਅਤੇ ਉਹ ਮੈਡੀਸਿਨ ਹੁਣ ਖਤਮ ਆ। ਮੀਨਸ 2-3 ਮਹੀਨੇ ਤੋਂ ਸਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ। ਤੁਸੀਂ ਖੁਦ ਵੀ ਇਹਦੇ ਪੇਸ਼ੈਂਟ ਹੈਗੇ ਡਾਕਟਰ ਸਾਹਿਬ, ਅਤੇ ਤੁਹਾਨੂੰ ਕਿਸ ਤਰ੍ਹਾਂ ਦਾ ਮੀਨਸ ਕਿ ਤੁਹਾਨੂੰ ਕਿਸ ਤਰ੍ਹਾਂ ਦੀ ਪ੍ਰੋਬਲਮਸ ਆਈਆਂ ਨੇ, ਔਰ ਜੇ ਦੇਖਿਆ ਜਾਏ ਤਾਂ ਕਿ ਤੁਹਾਨੂੰ ਵੀ ਕਿਸ ਤਰੀਕੇ ਦਾ ਪ੍ਰੋਬਲਮ ਆਉਂਦੀ ਹੈ, ਜਾਂ ਤੁਸੀਂ ਖਾਸ ਕਰਕੇ ਮੈਂ ਦੇਖ ਰਹੀ ਸੀ ਪ੍ਰੈਸ ਕਾਨਫਰੰਸ ਨੂੰ ਤੋਂ ਪਹਿਲੇ ਇਸ ਸਾਰੇ ਜਿਹੜੇ ਜੇ ਮੀਟਿੰਗ ਬੁਲਾਈ ਹੈ ਉੱਥੇ ਲੋਕਾਂ ਨੂੰ ਤੁਸੀਂ ਸਪੀਚ ਦੇ ਰਹੇ ਸੀ, ਸੰਬੋਧਿਤ ਕਰ ਰਹੇ ਸੀਗੇ, ਕੀ ਇਹਨਾਂ ਨੂੰ ਕੀ ਕਨਵੇ ਕਰ ਰਹੇ ਸੀ ਤੁਸੀਂ? ਇਹਨੂੰ ਅਵੇਅਰਨੈਸ ਕਰ ਰਹੇ ਸੀਗੇ ਜਾਂ ਇਹਨਾਂ ਨੂੰ ਕਿਸ ਤਰੀਕੇ ਦੀ ਕਨਵਿੰਸ ਕਰ ਰਹੇ ਸੀ? ਕਿਉਂਕਿ ਡੈਫੀਨੇਟਲੀ ਇਫੈਕਟਡ ਤਾਂ ਨੇ, ਸਫਰਰਸ ਤਾਂ ਹੈ ਨੇ, ਅਤੇ ਸਫਰਿੰਗ ਦੇ ਵਿੱਚ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਦਵਾਈ ਤਾਂ ਆ ਨਹੀਂ ਰਹੀ ਹੈ, ਫੈਕਟਰ ਆ ਨਹੀਂ ਰਿਹਾ, ਢਾਂਡਸ ਦੇ ਰਹੇ ਸੀ, ਜਾਂ ਕੋਈ ਉਹਨਾਂ ਨੂੰ ਤਰੀਕਾ ਦੱਸ ਰਹੇ ਸੀ ਵੀ ਇਸ ਤਰੀਕੇ ਦੇ ਨਾਲ ਵੀ ਇਸ ਨੂੰ ਥੋੜ੍ਹਾ ਜਿਹਾ ਰਿਲੀਫ ਮਿਲ ਸਕਦਾ ਹੈ? ਮੈਮ ਐਕਚੁਅਲੀ ਕੀ ਆ ਕਿ ਜਿਹੜੇ ਸਫਰਰਸ ਆ ਜਿਨ੍ਹਾਂ ਦੇ ਇਸ ਵਕਤ ਬਲੀਡ ਹੋਏ ਹੋਏ ਆ, ਉਹ ਪੇਸ਼ੈਂਟਸ ਇੱਥੇ ਅੱਜ ਆ ਨਹੀਂ ਪਾਏ। ਸੋ ਇੱਥੇ ਜਿਹੜੇ ਪੇਸ਼ੈਂਟਸ ਆਏ ਹੋਏ ਆ ਇਹਨਾਂ 'ਚ ਮੋਸਟਲੀ ਉਹੀ ਆ ਜਿਨ੍ਹਾਂ ਦੀ ਅੱਜ ਦੀ ਡੇਟ 'ਚ ਬਲੀਡਿੰਗ ਨਹੀਂ ਹੋਈ ਵੀ। ਸੋ ਮੇਰੇ ਵੀ ਹੁਣ ਜਿਵੇਂ ਸ਼ੋਲਡਰ ਬਲੀਡ ਸੀਗਾ, ਮਲੋਟ ਥੋੜ੍ਹੇ ਦਿਨ ਪਹਿਲਾਂ ਮੇਲਾ ਸੀਗਾ, ਅਤੇ ਉੱਥੇ ਮੇਲੇ ਵਿੱਚ ਮੀਨਸ ਮੈਂ ਨਾਲ ਸਾਡੀ ਟਰੈਕਟਰਾਂ ਦੀ ਏਜੰਸੀ ਵੀ ਆ, ਅਤੇ ਅਸੀਂ ਉੱਥੇ ਸਟਾਲ ਲਾਈ ਸੀ, ਅਤੇ ਵਿਦ ਐਗਜ਼ਰਸ਼ਨ ਮੇਰੇ ਸ਼ੋਲਡਰ ਬਲੀਡ ਹੋ ਗਿਆ, ਅਤੇ ਉਹਦੇ ਲਈ ਮੈਨੂੰ ਹੁਣ ਐਂਟੀ ਹੀਮੋਫਿਲਿਕ ਫੈਕਟਰ ਲੱਗੂਗਾ ਫਿਰ ਹੀ ਉਹ ਠੀਕ ਹੋਊਗਾ, ਅਤੇ ਉਹ ਬਠਿੰਡੇ ਇੱਕ ਇੰਜੈਕਸ਼ਨ ਸੀਗਾ ਉਹ ਲਗਾ ਲਿਆ। ਹਾਲਾਂਕਿ ਮੈਨੂੰ 3 to 4 ਡੇਜ਼ ਲਈ ਰੈਗੂਲਰ ਮੈਡੀਸਿਨ ਚਾਹੀਦੀ ਹੈ,
ਸੋ ਹੁਣ ਵੀ ਮੇਰੀ ਆ ਬਾਂਹ ਮੈਂ ਉੱਪਰ ਚੱਕਾਂ ਤਾਂ ਨਹੀਂ ਚੱਕੀ ਜਾਂਦੀ। ਉਸੇ ਤਰ੍ਹਾਂ ਜੁਆਇੰਟਸ ਖਰਾਬ ਹੋ ਜਾਂਦੇ ਜਦੋਂ ਤੁਹਾਡਾ ਬਲੀਡ ਹੁੰਦਾ ਹੈ, ਬਲੀਡ ਨਾਲ ਜੁਆਇੰਟ ਦੇ ਅੰਦਰ ਬਲੀਡਿੰਗ ਹੋ ਗਈ। ਉਹ ਜਿਹੜਾ ਤੁਹਾਡਾ ਬਲੱਡ ਹੁੰਦਾ ਉਹਦੇ ਵਿੱਚ ਆਇਰਨ ਹੁੰਦਾ, ਆਪਾਂ ਨੂੰ ਪਤਾ ਹੀ ਹੀਮੋਗਲੋਬਿਨ ਦੇ ਵਿੱਚ ਆਇਰਨ ਹੁੰਦਾ। ਉਹ ਆਇਰਨ ਤੁਹਾਡੇ ਕੈਲਸ਼ੀਅਮ ਨਾਲ ਰਿਐਕਸ਼ਨ ਕਰਦਾ। ਜਿਹੜੀਆਂ ਥੋੜੀ ਬੋਨਸ ਆ, ਜੁਆਇੰਟਸ ਆ, ਉੱਥੋਂ ਫਿਰ ਉਹ ਕੈਲਸ਼ੀਅਮ ਖੁਰ ਜਾਂਦਾ ਅਤੇ ਖੋਖਲੀਆਂ ਹੋ ਜਾਂਦੀਆਂ ਤੁਹਾਡੇ ਜੁਆਇੰਟਸ, ਅਤੇ ਫਿਰ ਉਹ ਡੈਮੇਜ ਹੋ ਜਾਂਦੀ ਹੈ। ਹੁਣ ਮੇਰੇ ਦੋਨੇ ਜੁਆਇੰਟਸ ਮੀਨਸ 60% ਹਿਪ ਜੁਆਇੰਟਸ ਮੇਰੇ ਡੈਮੇਜਡ, ਅਤੇ ਉਹਦੇ ਲਈ ਫਿਰ ਤੁਹਾਨੂੰ ਓਪਰੇਟ ਕਰਾ ਕੇ ਆਰਟੀਫਿਸ਼ੀਅਲ ਜਿਹੜਾ ਇੰਪਲਾਂਟਸ ਕਹਿ ਦਿੰਦੇ ਆਪਾਂ, ਉਹੀ ਪਵਾਉਣੇ ਪੈਂਦੇ ਆ ਫਿਰ। ਅਤੇ ਉਹਦੇ ਲਈ ਵੀ ਸਪੈਸ਼ਲਾਈਜ਼ਡ ਹੋਸਪੀਟਲਸ ਹੈਗੇ ਆ, ਉੱਥੇ ਹੀ ਟਰੀਟਮੈਂਟ ਹੁੰਦਾ। ਅਤੇ ਉਹ ਟਰੀਟਮੈਂਟ ਵੀ ਤਾਂ ਹੀ ਪੋਸੀਬਲ ਆ ਜੇ ਤੁਹਾਡੇ ਕੋਲ ਟ੍ਰੇਨਡ ਡਾਕਟਰਸ ਹੈਗੇ ਆ ਅਤੇ ਅਬੰਡੈਂਟ ਫੈਕਟਰ 8 ਜਾਂ 9 ਹੈਗਾ। ਕਿਉਂਕਿ ਓਪਰੇਸ਼ਨ ਜਦੋਂ ਕਰਨਾ ਹੈ ਉਦੋਂ ਤੁਹਾਨੂੰ 100% ਲੈਵਲ ਕਰਨਾ ਪਏਗਾ ਫੈਕਟਰ ਦਾ, ਫਿਰ ਉਹ ਆਪਰੇਟ ਹੁੰਦਾ ਅਤੇ ਉਸ ਤੋਂ ਬਾਅਦ ਹੀ ਫਿਰ ਰਿਕਵਰੀ ਹੁੰਦੀ ਹੈ। ਅਦਰਵਾਈਜ਼ ਜੇ ਆਪਾਂ ਕਿਸੇ ਜਾੜ ਵੀ ਕੱਢ ਦਾਂਗੇ ਵਿਦਾਊਟ ਫੈਕਟਰ, ਆਪਾਂ ਉਹਨੂੰ ਜਾੜ ਕੱਢ ਦਾਂਗੇ ਅਤੇ ਉਹ ਬਲੀਡਿੰਗ ਉਹਦੀ ਬੰਦ ਹੀ ਨਹੀਂ ਹੋਏਗੀ ਅਤੇ ਉਹਨਾਂ ਡੈਥ ਵੀ ਹੋ ਸਕਦੀ ਹੈ, ਈਵਨ ਜਾੜ ਕੱਢਣ ਨਾਲ ਵੀ। ਤੁਹਾਡੇ ਜਿਹੜੇ ਤੁਸੀਂ ਕਹਿ ਰਹੇ ਹੋ ਆਲਰੇਡੀ ਇੱਥੇ ਕਾਫੀ ਸਾਰੇ ਮਰੀਜ਼ ਆਏ ਜਾਂ ਰਜਿਸਟਰਡ ਮਰੀਜ਼ ਨੇ, ਛੋਟੇ ਤੋਂ ਛੋਟਾ ਬੱਚਾ ਕਿੰਨੇ ਕੁ ਹੈ? ਕੋਈ ਬਹੁਤ ਛੋਟੀ ਉਮਰ ਦੇ ਵੀ ਬੱਚੇ ਨੇ ਇਹਦੇ ਵਿੱਚ ਜਿਹੜੇ ਕਿ ਇਸ ਨਾਲ ਇਫੈਕਟਡ ਨੇ ਜਾਂ ਜਿਨ੍ਹਾਂ ਨੂੰ ਬਾਰ-ਬਾਰ ਮਰੀਜ਼ਾਂ ਦੇ ਤੌਰ 'ਤੇ ਜ਼ਰੂਰਤ ਪੈ ਰਹੀ ਹੈ, ਔਰ ਵੱਡੀ ਤੋਂ ਵੱਡੀ ਉਮਰ ਦਾ ਕਿਹੜਾ ਹੈਗਾ ਜਿਹਨੂੰ ਕਿ ਜ਼ਰੂਰਤ ਪੈ ਰਹੀ ਹੈ ਬਾਰ-ਬਾਰ? ਕਿਉਂਕਿ ਬਹੁਤ ਛੋਟੇ ਬੱਚਿਆਂ ਦੀ ਵੀ ਉਨੀ ਵੈਸਾ ਇਹਦੇ 'ਚ ਮੇਰੇ ਖਿਆਲ 'ਚ ਕੋਈ ਵਿਤਕਰਾ ਵੀ ਨਹੀਂ ਕਰ ਸਕਦੇ, ਕਿਉਂਕਿ ਏਜ ਨਾਲ ਤਾਂ ਇਹਦਾ ਕੋਈ ਲੈਣਾ ਦੇਣਾ ਹੀ ਨਹੀਂ ਹੈ। ਜਿਸ ਨੂੰ ਬਲੀਡਿੰਗ ਹੋਈ ਉਹਨੂੰ ਲੋੜ ਹੈ, ਕੋਈ ਵੀ ਏਜ ਦਾ ਹੋਵੇ। ਪਰ ਫਿਰ ਵੀ ਅਸੀਂ ਜਾਣਨਾ ਚਾਹਾਂਗੇ ਕਿ ਸਭ ਤੋਂ ਛੋਟੀ ਏਜ ਦਾ ਕਿੰਨਾ ਬੱਚਾ ਹੈਗਾ ਤੁਹਾਡੀ ਨੌਲੇਜ ਦੇ ਵਿੱਚ, ਔਰ ਸਭ ਤੋਂ ਵੱਡੀ ਏਜ ਦਾ ਮਰੀਜ਼ ਕਿਹੜਾ ਇਹਦਾ? ਮੈਮ ਜਿਹੜਾ ਇਹ ਹੀਮੋਫੀਲੀਆ ਹੁੰਦਾ ਇਹ ਬਾਏ ਬਰਥ ਹੀ ਹੁੰਦਾ। ਸੋ ਛੋਟਾ ਬੱਚਾ ਜਦੋਂ ਰਿੜਨ ਲੱਗ ਜਾਂਦਾ, ਉਹਦੇ ਦੰਦ ਨਿਕਲਦੇ ਆ, ਉਦੋਂ ਹੀ ਉਹਨਾਂ ਦਾ ਪਤਾ ਲੱਗ ਜਾਂਦਾ ਕਿ ਇਹਨੂੰ ਹੀਮੋਫੀਲੀਆ ਹੈ। ਉਹ ਰਿੜੂਗਾ, ਉਹਦੇ ਨੀਲ ਪੈ ਜਾਣਗੇ, ਗੋਡਿਆਂ ਦੇ ਉੱਤੇ ਨੀਲ ਪੈ ਜਾਣਗੇ, ਬਾਹਾਂ ਦੇ ਉੱਤੇ ਨੀਲ ਪੈ ਜਾਣਗੇ। ਉਦੋਂ ਤੋਂ ਹੀ ਫੈਕਟਰ ਦੀ ਜ਼ਰੂਰਤ ਸ਼ੁਰੂ ਹੋ ਜਾਂਦੀ ਹੈ ਜਿਹੜਾ ਕੋਈ ਹੀਮੋਫੀਲਿਕ ਹੈਗਾ। ਉਸੇ ਤਰ੍ਹਾਂ ਜੇ ਕੋਈ ਅਡਲਟ ਆ, ਉਹ ਵੱਡੇ ਤੋਂ ਵੱਡਾ, ਜਿਵੇਂ ਹੁਣ ਸਾਡੀ ਨੌਲੇਜ 'ਚ 65-70 ਸਾਲ ਤੱਕ ਵੀ ਹਾਲੇ ਜਿੰਦਾ ਹੈਗੇ ਆ ਲੋਕ। ਅਤੇ ਜਦੋਂ ਫੈਕਟਰਸ ਅਵੇਲੇਬਿਲਟੀ ਨਹੀਂ ਸੀਗੀ, ਜਦੋਂ ਫੈਕਟਰ ਅਵੇਲੇਬਿਲਟੀ ਨਹੀਂ ਸੀਗੀ ਉਦੋਂ ਜਿਹੜੀ ਹੀਮੋਫਿਲਿਕ ਦੀ ਜਿਹੜੀ ਲਾਈਫ ਐਕਸਪੈਕਟੈਂਸੀ ਆ ਉਹ 40-45 ਸਾਲ ਮੰਨੀ ਜਾਂਦੀ ਵੀ 40 ਸਾਲ ਜਿੰਦਾ ਰਹੂਗਾ ਬੰਦਾ। ਅਤੇ ਹੁਣ ਅੱਜ ਦੀ ਡੇਟ 'ਚ ਨੋਰਮਲ ਬੰਦੇ ਨਾਲੋਂ 15% ਅਸੀਂ ਐਕਸਪੈਕਟ ਕਰਦੇ ਹਾਂ। ਸੋ 15% ਦੇ ਮਤਲਬ ਇਹ ਆ ਕਿ ਨੋਰਮਲ ਜਿਵੇਂ ਆਪਾਂ ਕਹੀਏ ਵੀ 65 ਸਾਲ ਦੀ ਏਜ ਐਵਰੇਜ ਲਾਈਏ, ਅਤੇ ਹੀਮੋਫਿਲਿਕ 50 ਸਾਲ ਦੀ ਏਜ ਤਾਂ ਉਹਦੀ ਹੈਗੀ ਆ। ਅਤੇ ਇਵੇਂ ਜਿਵੇਂ ਹੁਣ ਨਵੀਆਂ ਮੈਡੀਸਿਨਸ ਆ ਰਹੀਆਂ, ਉਹਦੇ ਨਾਲ ਨਵੀਆਂ ਮੈਡੀਸਿਨਸ ਜਿਵੇਂ ਹੁਣ ਆ ਰਹੀਆਂ, ਉਹਦੇ ਨਾਲ ਜਿਹੜੀ ਲਾਈਫ ਐਕਸਪੈਕਟੈਂਸੀ ਵੀ ਵੱਧ ਰਹੀ ਹੈ, ਈਵਨ ਹੀਮੋਫਿਲਿਕ ਵੀ ਵੱਧ ਰਿਹਾ, ਕਿਉਂਕਿ ਮੈਡੀਸਿਨ ਮਿਲ ਰਹੀ ਹੈ ਅਤੇ ਹੀਮੋਫਿਲਿਕ ਜਿੰਦਾ ਜ਼ਿਆਦਾ ਰਹਿਣਗੇ। ਇਹ ਦੋਨੇ ਪਾਸੇ ਸੋਚਣ ਵਾਲੀ ਗੱਲ ਆ ਕਿ ਲਾਈਫ ਸੇਵਿੰਗ ਮੈਡੀਸਿਨ ਹੈਗੀ ਆ, ਪਰ ਉਹਦੇ ਨਾਲ ਨੰਬਰ ਆਫ ਹੀਮੋਫਿਲਿਕ ਵੱਧ ਰਿਹਾ ਜੀ, ਇਨਕਰੀਜ਼ ਹੋ ਰਿਹਾ, ਕਿਉਂਕਿ ਉਹ ਬਚ ਜਾਂਦੇ ਆ ਮੈਡੀਸਿਨ ਨਾਲ। ਅੱਛਾ, ਉਹਦੇ ਬਾਅਦ ਹੁਣ ਜਿਹੜਾ ਤੁਸੀਂ ਇਸ ਟਾਈਮ ਕਰ ਰਹੇ ਹੋ, ਤੁਹਾਨੂੰ ਲੱਗਦਾ ਵੀ ਇਹਦੇ ਨਾਲ ਸਰਕਾਰ ਦੇ ਕੰਨਾਂ 'ਤੇ ਕੋਈ ਜਾਏਗਾ, ਜਾਂ ਤੁਸੀਂ ਅਗਲਾ ਕੀ ਐਕਸ਼ਨ ਪਲਾਨ ਕਰ ਰਹੇ ਹੋ? ਕਿਉਂਕਿ ਅੱਜ ਤੁਸੀਂ ਮੀਟਿੰਗ ਕੀਤੀ ਹੈ ਔਰ ਤੁਹਾਡੀ ਇੱਕ ਸੁਸਾਇਟੀ ਹੈਗੀ ਹੈ, ਸੁਸਾਇਟੀ ਦੇ ਤੌਰ 'ਤੇ ਅੱਜ ਉਹਦੇ ਵਿੱਚ ਥੋੜ੍ਹੀ ਜਿਹੀ ਜਿਹੜਾ ਕਹਿ ਸਕਦੇ ਹਾਂ ਕਿ ਇੱਕ ਤਰ੍ਹਾਂ ਦੀ ਆਵਾਜ਼ ਆਉਂਦੀ ਵੀ ਦਿਖਾਈ ਦਿੱਤੀ ਹੈ। ਯੂ ਆਰ ਵੋਇਸਿੰਗ ਯੂਰ ਵੋਇਸ ਐਕਚੁਅਲੀ, ਕਿਉਂਕਿ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਬੈਨਰਸ ਹੱਥ 'ਚ ਫੜੇ ਹੋਏ ਹੈ, ਔਰ ਉਹਦੇ 'ਤੇ ਜਿਹੜੇ ਬੈਨਰਸ 'ਤੇ ਜਿਹੜੇ ਲਿਖੀਆਂ ਹੋਈਆਂ ਨੇ, ਸਤਰਾਂ ਲਿਖੀਆਂ ਹੋਈਆਂ ਨੇ, ਜਾਂ ਜਿਹੜੇ ਉਸ 'ਤੇ ਸਲੋਗਨਸ ਲਿਖੇ ਹੋਏ ਨੇ, ਉਹ ਕਾਫੀ ਸਰਕਾਰ ਨੂੰ ਆਵਾਜ਼ਾਂ ਮਾਰ ਰਹੇ ਨੇ, ਬਾਰ-ਬਾਰ ਉਹਨਾਂ ਨੂੰ ਕਹਿ ਰਹੇ ਨੇ ਕਿ ਸਾਡਾ ਦਰਦ ਜਾਂ ਸਾਡੀ ਬਿਮਾਰੀ ਲਈ ਸਾਨੂੰ ਬਚਾਓ, ਕਿਉਂਕਿ ਲਾਈਫ ਸੇਵਿੰਗ ਡਰੱਗ ਹੈਗੀ ਹੈ ਔਰ ਜ਼ਿੰਦਗੀ ਤੇ ਮੌਤ ਦਾ ਸਵਾਲ ਹੈਗਾ। ਮੈਮ ਜਿਹੜੀ ਸਾਡੀ ਇਹ ਮੈਡੀਸਿਨ ਆ, ਇਹ ਸਾਨੂੰ NHM ਅਤੇ PSEC ਪ੍ਰੋਵਾਈਡ ਕਰਦੀ ਆ। ਅਸੀਂ ਪਹਿਲਾਂ ਓਫੀਸ਼ਲੀ ਜਾ ਕੇ ਉਹਨਾਂ ਨੂੰ 2-3 ਵਾਰੀ ਰਿਪਰੈਜ਼ੈਂਟੇਸ਼ਨ ਦੇ ਚੁੱਕੇ ਹਾਂ ਕਿ ਸਾਨੂੰ ਇੱਦਾਂ ਦੀਆਂ ਮੈਡੀਸਿਨਸ ਦਿੱਤੀਆਂ ਜਾਣ, ਸਾਨੂੰ ਇੰਨੇ ਪੇਸ਼ੈਂਟ ਸਫਰ ਕਰ ਰਹੇ ਆ, ਪਰ ਉਹ ਜਿਹੜੀਆਂ ਰਿਪਰੈਜ਼ੈਂਟੇਸ਼ਨ ਸੀਗੀਆਂ ਉਹਨਾਂ ਦਾ ਕੋਈ ਅਸਰ ਨਹੀਂ ਹੋ ਰਿਹਾ। ਸੋ ਇਸੇ ਲਈ ਅਸੀਂ ਅੱਜ ਪ੍ਰੈਸ ਕਾਨਫਰੰਸ ਕਰਕੇ ਆਪਦੀ ਆਵਾਜ਼ ਮੀਡੀਆ ਰਾਹੀਂ ਤੁਹਾਡਾ ਅਸੀਂ ਬਹੁਤ ਥੈਂਕਸ ਕਰ ਦੇਂਗੇ, ਤੁਸੀਂ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚਾਉਣ ਲਈ ਆਏ ਹਾਂ। ਸਰਕਾਰ ਲਈ ਵੀ ਮੀਨ ਸਰਕਾਰ ਦੇ ਕੰਨਾਂ ਤੱਕ ਵੀ ਆਵਾਜ਼ ਜਾਊਗੀ, ਅਤੇ ਇਸੇ ਲਈ ਅਸੀਂ ਇਕੱਠੇ ਹੋਏ ਹਾਂ ਕਿ ਸਾਡੀ ਆਵਾਜ਼ ਥੋੜ੍ਹੀ ਜੋਸ਼ ਨਾਲ ਅਸੀਂ ਕਹਿ ਸਕੀਏ ਕਿ ਸਾਨੂੰ ਦਵਾਈ ਦਿੱਤੀ ਜਾਵੇ। ਜੇ ਅਗਲਾ ਕੋਈ ਪਲਾਨ ਹੈਗਾ ਤੁਹਾਡਾ, ਜੇ ਕਿਤੇ, ਕਿਉਂਕਿ ਤੁਸੀਂ ਕਾਫੀ ਲੰਮੇ ਟਾਈਮ ਤੋਂ ਦੇਖ ਰਹੇ ਹੋ ਕਿ ਡਰੱਗ ਜਿਹੜੀ ਉਹ ਨਹੀਂ ਮਿਲ ਰਹੀ ਹੈ, ਤੁਹਾਡਾ ਕੋਈ ਪਲਾਨ ਹੈਗਾ ਅਗਲਾ? ਅਦਰਵਾਈਜ਼ ਜੇ ਨਾ ਦਿੱਤੀ ਫਿਰ ਕੀ ਕਰੋਗੇ? ਮੈਮ ਸਾਡੇ ਪੇਸ਼ੈਂਟਸ ਜਿਹੜੇ ਹੈਗੇ ਉਹ ਮਰਨ ਵਰਤ 'ਤੇ ਬੈਠਣ ਲਈ ਵੀ ਤਿਆਰ ਹੈਗੇ ਆ। ਉਹ ਸਭ ਕਹਿੰਦੇ ਕਿ ਅਸੀਂ ਤਾਂ ਇੱਥੇ ਬਹਿ ਜਾਂਦੇ ਹਾਂ, ਸਾਨੂੰ ਜਿੰਨੇ ਦੇਰ ਜਿੰਦਾ ਹੈਗੇ ਨੇ ਤਾਂ ਅਸੀਂ ਇੱਥੇ ਹੀ ਮਰ ਜਾਵਾਂਗੇ।
ਸੋ ਇਹ ਸਾਡੀ ਸਰਕਾਰ ਨੂੰ ਗੁਜ਼ਾਰਿਸ਼ ਹੈ ਕਿ ਟ੍ਰੀਟਮੈਂਟ ਦੀ ਅਵੇਲੇਬਿਲਿਟੀ ਕਰਾਈ ਜਾਵੇ। ਤੋ ਇਸ ਦੇ ਅੱਗੇ ਜਿਹੜੇ ਕੌਨਸੀਕੁਐਂਸਿਸ ਆ ਉਹ ਮਾੜੇ ਵੀ ਹੋ ਸਕਦੇ ਆ। ਜੀ ਜੀ। ਔਰ ਪਰ ਤੁਸੀਂ ਇਹਦੇ ਵਿੱਚ ਮੈਂ ਦੇਖਿਆ ਕਿ ਕੁਝ ਸਲੋਗਨ ਯੂਪੀ ਬਿਹਾਰ ਦੇ ਨਾਲ ਕੰਪੈਰੀਜ਼ਨ ਵੀ ਕੀਤਾ ਗਿਆ। ਯੂਪੀ ਬਿਹਾਰ 'ਚ ਤੁਹਾਨੂੰ ਲੱਗਦਾ ਕਿ ਕੰਡੀਸ਼ਨ ਜ਼ਿਆਦਾ ਬਿਹਤਰ ਹੈਗੀ ਹੈ ਦਵਾਈ ਦੇਣ ਦੀ? ਬਿਲਕੁਲ ਮੈਮ, ਨੇਬਰਿੰਗ ਸਟੇਟਸ ਤੋਂ ਲੈ ਕੇ ਆਪਾਂ ਇਵਨ ਯੂਪੀ ਬਿਹਾਰ ਵੀ ਦੇਖਿਆ ਜਾਵੇ ਉੱਥੇ ਬੈਟਰ ਹੈਗੀ ਆ ਮੀਨਸ ਅਵੇਲੇਬਿਲਿਟੀ ਜਿਹੜੀ ਮੈਡੀਸਿਨਸ ਦੀ। ਹੁਣ ਜੰਮੂ ਕਸ਼ਮੀਰ ਹੈ, ਹਿਮਾਚਲ ਆ, ਹਰਿਆਣਾ, ਰਾਜਸਥਾਨ ਆ, ਅਤੇ ਈਵਨ ਯੂਪੀ ਬਿਹਾਰ 'ਚ ਵੀ ਮੈਡੀਸਿਨ ਅਵੇਲੇਬਲ ਆ। ਯੂਪੀ ਵਿੱਚ ਲਖਨਊ ਜਿਵੇਂ ਆਪਾਂ ਦੇਖਿਆ ਜਾਵੇ, ਲਖਨਊ PGI ਔਰ ਲਖਨਊ ਦੇ ਵਿੱਚ ਇੱਕ ਹੀਮੋਫੀਲੀਆ ਸੁਸਾਇਟੀ ਚੱਲ ਰਹੀ ਹੈ, ਹੀਮੋਫੀਲੀਆ ਸੁਸਾਇਟੀ ਲਖਨਊ ਦੇ ਨਾਮ 'ਤੇ ਹੀ। ਉੱਥੇ ਮੈਡੀਸਿਨਸ ਦੀ ਅਵੇਲੇਬਿਲਿਟੀ ਬਹੁਤ ਜ਼ਿਆਦਾ ਹੈਗੀ ਹੈ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਮੈਮ। ਇਹ ਸਾਡੇ ਨਾਲ ਸੀਗੇ ਡਾਕਟਰ ਸਾਹਿਬ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਔਰ ਖੁਦ ਵੀ ਪੇਸ਼ੈਂਟ ਨੇ, ਪਰ ਉਸ ਦੇ ਬਾਵਜੂਦ ਵਾਈਸ ਪ੍ਰੈਜ਼ੀਡੈਂਟ ਨੇ ਇਸ ਸੁਸਾਇਟੀ ਦੇ ਹੀਮੋਫੀਲੀਆ ਐਡਵੋਕੇਸੀ ਜਿਹੜੀ ਸੁਸਾਇਟੀ ਹੈਗੀ ਹੈ, ਉਹਨਾਂ ਨੇ ਗੱਲਬਾਤ ਬਹੁਤ ਤਫਸੀਲ ਨਾਲ ਦੱਸਿਆ, ਮੈਡੀਕਲ ਟਰਮੀਨੋਲੋਜੀ ਦੇ ਨਾਲ ਸਮਝਾਇਆ ਕਿ ਹੀਮੋਫੀਲੀਆ ਐਕਚੁਅਲ ਦੇ ਵਿੱਚ ਕੰਡੀਸ਼ਨ ਕੀ ਹੈ, ਮਰੀਜ਼ ਦੇ ਉੱਤੇ ਬਿਮਾਰੀ ਹੈ ਕੀ ਚੀਜ਼ ਹੈ। ਪਰ ਉਸ ਦੇ ਨਾਲ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਸਾਡੇ ਜਿਹੜੇ ਅੱਜ ਇੱਥੇ ਮੀਟਿੰਗ ਹੋਈ ਹੈ ਉਹਦੇ ਵਿੱਚ ਜਿਹੜੇ ਮਰੀਜ਼ ਆਏ ਨੇ ਉਹਨਾਂ ਨੇ ਖਾਸ ਤੌਰ 'ਤੇ ਕਿਹਾ ਕਿ ਅਸੀਂ ਜਦ ਮਰਨ ਵਰਤ 'ਤੇ ਵੀ ਬੈਠਣ ਨੂੰ ਤਿਆਰ ਹਾਂ ਜਦ ਸਾਨੂੰ ਇਹ ਦਵਾਈ ਨਹੀਂ ਮਿਲੀ। ਬਹੁਤ ਪੇਨਫੁਲ, ਬਹੁਤ ਸਟ੍ਰੈਸਫੁਲ ਜਿਹੜਾ ਹੈਗਾ ਇਹ ਹੁੰਦਾ, ਕਿਉਂਕਿ ਇਹਦੇ ਨਾਲ ਹੌਲੀ ਹੌਲੀ ਜਿਹੜਾ ਤੁਹਾਡੇ ਜੁਆਇੰਟਸ 'ਤੇ ਬਹੁਤ, ਹੱਡੀਆਂ 'ਤੇ ਬਹੁਤ ਅਸਰ ਪੈਂਦਾ ਔਰ ਖਾਸ ਕਰਕੇ ਇੰਟਰਨਲ ਬਲੀਡਿੰਗ ਹੋਣਾ। ਇੱਕ ਹੱਥ 'ਤੇ ਜਾਂ ਇੱਕ ਤੁਹਾਡੇ ਉਂਗਲੀ 'ਤੇ ਛੋਟਾ ਜਿਹਾ ਜੇ ਕਿਤੇ ਕੱਟ ਵੀ ਲੱਗ ਜਾਏ ਅਤੇ ਉਹਦੀ ਖੂਨ ਆਵੇ ਤਾਂ ਬੰਦਾ ਦੇਖ ਕੇ ਵੈਸੇ ਘਬਰਾ ਜਾਂਦਾ ਹੈ। ਕਿੰਨਾ ਜ਼ਿਆਦਾ ਪੇਨਫੁਲ ਹੁੰਦਾ ਇੱਕ ਛੋਟਾ ਜਿਹਾ ਕੱਟ ਲੱਗ ਜਾਏ ਤਾਂ, ਕਿਸੇ ਵੀ ਤਰੀਕੇ ਦੇ ਨਾਲ ਸਬਜ਼ੀ ਕੱਟਦੇ ਵੀ ਕੱਟ ਲੱਗ ਜਾਏ ਜਾਂ ਕਿਸੇ ਤਰੀਕੇ ਦੇ ਨਾਲ ਕੱਟ ਲੱਗ ਜਾਏ ਤਾਂ। ਜਦ ਕਿ ਇੰਟਰਨਲ ਬਲੀਡਿੰਗ ਕਿੰਨੀ ਵੀ ਸਿਰ ਦੇ ਵਿੱਚ ਹੋ ਸਕਦੀ ਹੈ, ਪੇਟ 'ਚ ਹੋ ਸਕਦੀ ਹੈ, ਤੁਹਾਡੀ ਹੱਡੀਆਂ 'ਚ ਹੋ ਸਕਦੀ ਹੈ, ਤੁਹਾਡੇ ਗੋਡਿਆਂ 'ਚ ਹੋ ਸਕਦੀ ਹੈ ਔਰ ਜਿੱਥੇ ਜਿੱਥੇ ਹੋ ਰਹੀ ਹੈ ਉਹ ਵਾਲਾ ਅੰਗ ਜਿਹੜਾ ਉਹ ਰੁਕ ਰਿਹਾ, ਜਾਮ ਹੋ ਰਿਹਾ। ਬਹੁਤ ਹੀ ਖਤਰਨਾਕ ਤਰ੍ਹਾਂ ਦੀ ਹੈ ਹੀਮੋਫੀਲੀਆ ਜਿਹੜੀ ਹੈਗੀ ਹੈ ਬਿਮਾਰੀ, ਜਾਂ ਇਹਨੂੰ ਕਹਿ ਸਕਦੇ ਹਾਂ ਕਿ ਸਰੀਰ ਦੀ ਇੱਕ ਮੈਡੀਕਲ ਕੰਡੀਸ਼ਨ ਹੈਗੀ ਹੈ। ਪਰ ਇਸ ਨੂੰ ਇੱਕ ਹੀ ਚੀਜ਼ ਹੈ ਜਿਹੜੀ ਹਜੇ ਤੱਕ ਕਹਿੰਦੇ ਬਚਾ ਸਕਦੀ ਹੈ, ਉਹ ਹੈ ਫੈਕਟਰ ਇੰਜੈਕਸ਼ਨ ਹੈਗਾ, ਉਹ ਅਵੇਲੇਬਲ ਨਹੀਂ ਹੈਗਾ ਪੰਜਾਬ ਦੇ ਵਿੱਚ। ਰਜਿਸਟਰਡ 550 ਮਰੀਜ਼ ਦੱਸ ਰਹੇ ਨੇ, ਪਰ ਉਹਨਾਂ ਨੇ ਕਿਹਾ ਹਰ 5000 ਦੇ ਪਿੱਛੇ ਇੱਕ ਮਰੀਜ਼ ਹੁੰਦਾ ਹੈ। ਉਸ ਹਿਸਾਬ ਦੇ ਨਾਲ ਦੇਖਿਆ ਜਾਏ ਤਾਂ 5-6 ਹਜ਼ਾਰ ਮਰੀਜ਼ ਜਿਹੜਾ ਹੈ ਉਹ ਟੋਟਲ ਪੰਜਾਬ ਦੇ ਵਿੱਚ ਹੋਣਾ ਚਾਹੀਦਾ, ਜਿਹੜਾ ਕਿ ਔਨ ਰਿਕਾਰਡ ਨਹੀਂ ਹੈਗਾ। ਔਨ ਰਿਕਾਰਡ 550 ਨੇ, ਪਰ ਉਹਨਾਂ ਦੇ ਵਿੱਚ ਵੀ ਜਿਹੜੀ ਹੈ ਮੈਡੀਸਨ ਜਿਹੜੀ ਹੈ ਉਹਨਾਂ ਨੂੰ ਪ੍ਰੋਪਰਲੀ ਨਹੀਂ ਮਿਲ ਰਹੀ ਹੈ, ਜਿਸ ਦੇ ਨਾਲ ਕਿ ਕੁਝ ਕੁ ਲੋਕਾਂ ਦੀ ਜਿਹੜੀ ਹੈ ਇੱਕ ਬਹੁਤ ਹੀ ਸੋਹਣੇ ਜਿਹੇ ਗੱਭਰੂ ਜਵਾਨ ਦੀ ਜਿਹੜੀ ਹੈ ਮੌਤ ਵੀ ਹੋ ਗਈ। 21 ਸਾਲ ਦਾ ਨੌਜਵਾਨ ਸੀਗਾ ਜਿਹੜਾ ਕਿ ਜਿਹਦੀ ਡੈਥ ਵੀ ਹੋ ਗਈ ਹੈ। ਤੇ ਸਰਕਾਰ ਨੂੰ ਚਾਹੀਦਾ ਕਿ ਉਹ ਇਸ ਵੱਲ ਧਿਆਨ ਦੇਵੇ। ਇਹੀ ਇਹਨਾਂ ਦੀ ਬੈਠਕ ਦਾ ਮੇਨ ਮਕਸਦ ਸੀਗਾ ਔਰ ਇਹੀ ਡਾਕਟਰ ਸਾਹਿਬ ਨੇ ਸਾਡੇ ਨਾਲ ਸਾਂਝਾ ਕੀਤਾ। ਹੀਮੋਫੀਲੀਆ ਦੇ ਮਰੀਜ਼ ਅੱਜ ਇਕੱਠੇ ਹੋਏ ਨੇ, ਉਹਨਾਂ ਦਾ ਮੰਗਾਂ ਨੇ, ਖਾਸ ਕਰਕੇ ਡਾਕਟਰ ਜਿਹੜਾ ਹੈਗਾ ਉਹਨਾਂ ਮਰੀਜ਼ਾਂ ਨੂੰ ਸਾਰਿਆਂ ਨੂੰ ਜਿਹੜਾ ਹੈਗਾ ਉਹ ਦਵਾਈ ਨਹੀਂ ਮਿਲ ਰਹੀ ਹੈ। ਫੈਕਟਰ ਇੱਕ ਇੰਜੈਕਸ਼ਨ ਹੈਗਾ ਜਿਹੜਾ ਕਿ ਉਹਨਾਂ ਨੂੰ ਨਹੀਂ ਮਿਲ ਰਿਹਾ। ਏਕਮਜੋਤ ਇੱਕ ਬੱਚਾ ਹੈਗਾ 1.25 ਸਾਲ ਦਾ, ਉਹਨੂੰ ਵੀ ਇਹ ਪ੍ਰੋਬਲਮ ਹੈਗੀ ਹੈ ਤੇ ਉਸ ਪ੍ਰੋਬਲਮ ਦੇ ਨਾਲ ਜੂਝ ਰਿਹਾ। ਉਹਨਾਂ ਦੇ ਮਦਰ, ਉਹਨਾਂ ਦੀ ਫੈਮਿਲੀ ਜਿਹੜੀ ਹੈ ਜਲੰਧਰ ਤੋਂ ਆਈ ਹੈ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਇਹ ਕਦੋਂ ਤੁਹਾਨੂੰ ਪਤਾ ਲੱਗਿਆ ਇਹਦੀ ਪ੍ਰੋਬਲਮ ਦਾ? ਜਦੋਂ ਇਹ 6 ਮਹੀਨੇ ਦਾ ਸੀਗਾ ਉਦੋਂ ਇਹਦੀ ਬੋਡੀ ਤੇ ਇਦਾਂ ਨੀਲ ਪੈਣੇ ਸ਼ੁਰੂ ਹੋਏ ਸੀ, ਫਿਰ ਟੈਸਟ ਕਰਵਾਏ ਸੀ ਇਹਦੇ, ਉਹਦੇ ਵਿੱਚ ਆਇਆ ਸੀ ਜੀ। ਹਾਂਜੀ, ਜਿੱਥੋਂ ਤੱਕ ਡਾਕਟਰ ਸਾਹਿਬ ਨਾਲ ਅਸੀਂ ਗੱਲਬਾਤ ਕੀਤੀ, ਡਾਕਟਰ ਸਾਹਿਬ ਕਹਿੰਦੇ ਵੀ ਜਦੋਂ ਬੱਚਾ ਪੈਦਾ ਹੋਣ ਵਾਲਾ ਹੁੰਦਾ ਹੈ ਤੇ ਸੋਨੋਗ੍ਰਾਫੀ ਹੁੰਦੀ ਹੈ, ਜਦੋਂ ਬੱਚਾ ਖਾਸ ਕਰਕੇ ਜਦੋਂ ਅਲਟਰਾਸਾਊਂਡ ਵਗੈਰਾ ਹੁੰਦੇ ਆ ਉਹਦੇ 'ਚ ਵੀ ਦੇਖ ਕੇ ਪਤਾ ਲੱਗ ਜਾਂਦਾ। ਤੁਹਾਨੂੰ ਉਦੋਂ ਨਹੀਂ ਦੱਸਿਆ ਕਿਸੇ ਨੇ? ਨਹੀਂ, ਕਿਸੇ ਨੇ ਨਹੀਂ ਦੱਸਿਆ ਜੀ, ਨੌਲੇਜ ਨਹੀਂ ਹੈਗੀ ਇਸ ਬਾਰੇ ਜ਼ਿਆਦਾ ਕਿਸੇ ਨੂੰ। ਤੇ ਜਦੋਂ ਹੋਇਆ 6 ਮਹੀਨੇ ਬਾਅਦ, ਪਹਿਲਾਂ ਬੜਾ ਸੋਹਣਾ ਸੀਗਾ, ਕੋਈ ਨੀਲ ਨਹੀਂ ਪੈਂਦਾ ਸੀਗਾ। 6 ਮਹੀਨੇ ਬਾਅਦ ਇਹਦੀ ਬੋਡੀ ਤੇ ਨੀਲ ਪੈਣੇ ਸ਼ੁਰੂ ਹੋਏ, ਫਿਰ ਟੈਸਟ ਕਰਵਾਏ। ਤੁਹਾਨੂੰ ਵੀ ਪ੍ਰੋਬਲਮ ਕਿਤੇ ਰਹੀ ਹੈ ਕਿਸੇ ਤਰੀਕੇ ਦੀ ਤੁਹਾਡੀ ਫੈਮਿਲੀ ਦੇ ਵਿੱਚ? ਕਿਉਂਕਿ ਕਹਿੰਦੇ ਵੀ ਪਿੱਛੋਂ ਵੰਸ਼ 'ਚੋਂ ਪ੍ਰੋਬਲਮ ਹੁੰਦੀ ਹੈ, ਤੁਹਾਨੂੰ ਵੀ ਹੈਗੀ ਪ੍ਰੋਬਲਮ ਇਦਾਂ ਦੀ ਜਾਂ ਪਿੱਛੇ ਕਿਸੇ ਨੂੰ ਹੈਗੀ ਹੈ? ਮੇਰੇ ਬ੍ਰਦਰ ਨੂੰ ਆ ਪ੍ਰੋਬਲਮ। ਹਾਂਜੀ, ਆਏ ਵੀ ਹੋਏ ਆ ਤੇ ਬ੍ਰਦਰ ਨੂੰ, ਪਰ ਸਾਨੂੰ ਬੈਕਵਰਡ ਏਰੀਆ ਹੋਣ ਕਰਕੇ ਸਾਨੂੰ ਪਤਾ ਨਹੀਂ ਸੀ ਇਸ ਨੌਲੇਜ ਬਾਰੇ। ਤੇ ਬ੍ਰਦਰ ਵੀ ਹੁਣੇ ਟੈਸਟ ਉਹਨਾਂ ਦੇ ਹੋਏ ਆ ਤੇ ਹੁਣ ਪਤਾ ਲੱਗਾ ਵੀ ਉਹਨਾਂ ਨੂੰ ਇਹ ਪ੍ਰੋਬਲਮ ਹੈ ਜਿਹਦੇ ਪੈਦਾ ਹੋਣ ਤੋਂ ਬਾਅਦ ਜੀ। ਫਿਰ ਤੁਸੀਂ ਕਿਸ ਤਰੀਕੇ ਦੇ ਨਾਲ ਟੈਕਲ ਕਰਦੇ ਹੋ? ਕਿ ਬੱਚੇ ਨੂੰ ਨਾਲ ਤਾਂ ਬਹੁਤ ਔਖਾ ਹੈ, 'ਚ ਪੇਨ ਬਹੁਤ ਹੁੰਦੀ ਹੈ ਜਦੋਂ ਇੰਟਰਨਲ ਬਲੀਡਿੰਗ ਹੋ ਜਾਏ ਜਾਂ ਕਿਸੇ ਤਰੀਕੇ ਦਾ ਹੋ ਜਾਏ। 1.25 ਸਾਲ ਦਾ ਹੈਗਾ, ਕਿੰਨੇ ਕੁ ਵਾਰੀ ਇਹਨੂੰ ਇਸ ਤਰ੍ਹਾਂ ਦੀ ਦਿੱਕਤ ਆ ਚੁੱਕੀ ਹੈ ਹਜੇ ਤੱਕ? ਇਹਦਾ ਇਲਾਜ ਫੈਕਟਰ ਹੀ ਆ, ਫੈਕਟਰ ਲਗਾਉਣਾ ਪੈਂਦਾ ਜਦੋਂ ਕੋਈ ਵੀ ਪ੍ਰੋਬਲਮ ਆਉਂਦੀ ਹੈ। ਫੈਕਟਰ ਸਿਵਲ ਹਸਪੀਟਲ ਵਿੱਚ ਅਵੇਲੇਬਲ ਹੁੰਦੇ ਸੀਗੇ, ਪਰ ਹੁਣ 7-8 ਮਹੀਨੇ ਤੋਂ ਨਹੀਂ ਹੈਗੇ, ਫਿਰ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ। ਹੁਣ 15-20 ਦਿਨ ਪਹਿਲਾਂ ਇਹਦਾ ਟੀਥ ਨਿਕਲਦਾ ਪਿਆ ਸੀ, ਬਲੱਡ ਨਿਕਲਦਾ ਪਿਆ ਸੀਗਾ, 3 ਦਿਨ ਬਲੱਡ ਨਿਕਲਦਾ ਪਿਆ। ਫੈਕਟਰ ਨਾ ਹੋਣ ਕਰਕੇ ਫਿਰ ਬਹੁਤ ਪ੍ਰੋਬਲਮ ਹੋਈ ਆ। ਹਾਂਜੀ, 1.25 ਸਾਲ ਦੀ ਏਜ ਦੇ ਵਿੱਚ ਕਿੰਨੇ ਕੁ ਵਾਰੀ ਇਹਨੂੰ ਪ੍ਰੋਬਲਮ ਆਈ ਹੈ ਐਵੇਂ?
4-5 ਵਾਰੀ ਤਾਂ ਇੰਜੈਕਸ਼ਨ ਲਗਵਾਏ ਆ। ਹਾਂਜੀ ਹਾਂਜੀ। ਖਾਸ ਕਰਕੇ ਕਹਿੰਦੇ ਕਿ ਔਨ ਡਿਮਾਂਡ ਜਿਹੜੀ ਹੈ, ਜਦੋਂ ਹੁੰਦਾ ਹੈ ਬਲੀਡਿੰਗ ਹੁੰਦੀ ਹੈ, ਉਦੋਂ ਹੀ ਲਵਾਉਣੇ ਪੈਂਦੇ ਆ ਨਾਲ ਦੀ ਨਾਲ ਹੀ। ਹਾਂਜੀ ਉਦੋਂ ਹੀ ਲਗਵਾਉਣੇ ਪੈਂਦੇ ਆ। ਜਦੋਂ ਹੁਣ ਇਹਦੀ ਪ੍ਰੋਬਲਮ ਹੋਈ ਆ, ਹੁਣ ਫੈਕਟਰ ਨਹੀਂ ਹੈ, ਫਿਰ ਇੱਦਾਂ ਵਿਚਾਰਾ ਤਕਲੀਫ ਚੱਲ ਰਿਹਾ ਆ। ਤੁਹਾਨੂੰ ਬਹੁਤ ਔਖਾ ਨਹੀਂ ਲੱਗਦਾ ਬੱਚੇ ਨੂੰ ਐਵੇਂ ਦੇਖ ਕੇ? ਬਹੁਤ ਜ਼ਿਆਦਾ ਔਖਾ ਲੱਗਦਾ, ਪਰ ਹੁਣ ਕਰ ਵੀ ਕੀ ਸਕਦੇ ਆ। ਤੁਹਾਡੇ ਬ੍ਰਦਰ ਦਾ ਫਿਰ ਉਹ ਕਿਵੇਂ ਟੈਕਲ ਕਰਦੇ ਸੀ? ਤੁਸੀਂ ਕਹਿੰਦੇ ਸੀ ਅਵੇਅਰਨੈਸ ਹੀ ਨਹੀਂ ਸੀ, ਪਤਾ ਹੀ ਨਹੀਂ ਸੀ ਕਿਸੇ ਨੂੰ ਵੀ ਇਦਾਂ ਦੀ ਕੋਈ ਬਿਮਾਰੀ ਹੁੰਦੀ ਹੈ। ਫਿਰ ਉਹ ਕਿਵੇਂ ਆਪਣੇ ਆਪ ਨੂੰ ਕਿਵੇਂ ਮਤਲਬ ਠੀਕ ਠਾਕ ਰੱਖਦਾ ਸੀ, ਜਾਂ ਕਿਵੇਂ ਉਹ ਆਪਣੇ ਆਪ ਨੂੰ ਟੈਕਲ ਕਰਦੇ ਆ? ਹੁਣ ਤਾਂ ਇੱਥੇ ਆਏ ਹੋਏ ਆ, ਪਹਿਲੇ ਕਿਵੇਂ ਫਿਰ ਉਹਨਾਂ ਨੂੰ ਕਿਵੇਂ ਸਾਂਭਦੇ ਸੀ ਤੁਸੀਂ ਲੋਕ? ਉਹਨਾਂ ਨੂੰ ਅਸੀਂ ਦੇਖਿਆ ਵੱਡੇ ਹੁੰਦੇ ਬਹੁਤ ਤੜਫ ਕੇ ਟਾਈਮ ਪਾਸ ਕੀਤਾ ਉਹਨਾਂ ਨੇ। ਬਸ ਕਦੀ ਉਹਨਾਂ ਦੀ ਲੱਤ ਸੁੱਜ ਜਾਣੀ, ਬਾਂਹ ਸੁੱਜ ਜਾਣੀ, ਪਿੰਡਾਂ ਵਾਲੇ ਡਾਕਟਰਾਂ ਤੋਂ ਇੱਦਾਂ ਇਲਾਜ ਕਰਵਾ ਲੈਣਾ ਉਹਨਾਂ ਨੇ, ਦਰਦ ਦਾ ਇੰਜੈਕਸ਼ਨ ਲਗਵਾ ਦੇਣਾ, ਬਸ ਠੀਕ ਹੋ ਜਾਣਾ, ਜਾਂ ਬਲੱਡ ਚੜਾ ਦੇਣਾ ਜੇ ਬਲੀਡਿੰਗ ਹੁੰਦੀ ਪਈ। ਇੱਦਾਂ ਬਸ ਹੋਇਆ ਹੈ। ਠੀਕ ਹੈ ਜੀ। ਤੁਹਾਡਾ ਕੀ ਨਾਮ ਹੈ ਜੀ? ਮੇਰਾ ਨਾਮ ਕਮਲਪ੍ਰੀਤ ਹੈ ਮੈਡਮ, ਮੈਂ ਪਟਿਆਲਾ ਤੋਂ ਹਾਂ। ਮੈਂ ਹੀਮੋਫੀਲੀਆ ਦਾ ਪੇਸ਼ੈਂਟ ਹਾਂ। ਤੇ ਜਿਸ ਤਰ੍ਹਾਂ ਆਲਰੇਡੀ ਸਾਡੀ ਜਿਵੇਂ 2014 'ਚ ਅਸੀਂ ਰਿਟ ਪਟੀਸ਼ਨ ਦਾਇਰ ਕਰੀ ਸੀਗੀ, ਮਾਨਯੋਗ ਹਾਈ ਕੋਰਟ ਨੇ ਆਰਡਰ ਕਰੇ ਸੀ 2018 ਦੇ ਵਿੱਚ ਕਿ ਹੀਮੋਫੀਲੀਆ ਨੂੰ ਕੰਪਰੀਹੈਂਸਿਵ ਟ੍ਰੀਟਮੈਂਟ ਦਿੱਤਾ ਜਾਏ, ਰੈਗੂਲਰ ਟ੍ਰੀਟਮੈਂਟ ਦਿੱਤਾ ਜਾਏ। 2018 ਤੋਂ ਸਾਨੂੰ ਰੈਗੂਲਰ ਟ੍ਰੀਟਮੈਂਟ ਮਿਲ ਰਿਹਾ ਸੀ, ਪਰ ਸਾਨੂੰ ਨਵੀਂ ਸਰਕਾਰ ਤੋਂ ਬੜੀਆਂ ਉਮੀਦਾਂ ਸੀ ਕਿ ਇਹ ਮੁਹੱਲਾ ਕਲੀਨਿਕ ਲੈ ਕੇ ਆ ਰਹੇ। ਜਿਵੇਂ ਹੁਣ ਵੀ ਇਹਨਾਂ ਨੇ 76 ਮੁਹੱਲਾ ਕਲੀਨਿਕ 15 ਅਗਸਤ ਤੱਕ ਓਪਨ ਕੀਤੇ ਨੇ, ਪਰ ਜਿੱਥੇ ਤੱਕ ਦੇਖਿਆ ਜਾਏ ਸਾਨੂੰ ਕੋਈ ਉਹਨਾਂ ਦਾ ਲਾਭ ਨਹੀਂ ਹੋ ਰਿਹਾ। ਜਿਵੇਂ ਸਾਡੇ ਲਗਭਗ 12,000 ਕਰੀਬ ਪਰਿਵਾਰ ਨੇ, ਮੈਂਬਰ ਨੇ ਆਲ ਇੰਡੀਆ ਪੂਰੇ ਪੰਜਾਬ ਦੇ ਵਿੱਚ, ਪਰ ਜੇ ਦੇਖਿਆ ਜਾਏ ਇਲਾਜ ਦੀ ਸਹੂਲਤ ਵਧੀਆ ਮਿਲਣ ਨਾਲੋਂ ਸਹੂਲਤਾਂ ਖਰਾਬ ਹੁੰਦੀਆਂ ਜਾ ਰਹੀਆਂ ਨੇ। ਅਸੀਂ ਤਾਂ ਸੋਚ ਰਹੇ ਸੀ ਕਿ ਨਵੀਂ ਸਰਕਾਰ ਆਏਗੀ ਜਿਹਦੇ ਵਿੱਚ ਕਿ ਡਾਇਗਨੋਸਿਸ ਫੈਸਿਲਿਟੀ ਜਿਹੜੀਆਂ ਕਿ 2018 ਤੋਂ ਨਹੀਂ ਮਿਲ ਰਹੀਆਂ ਸੀ ਹੀਮੋਫੀਲੀਆ ਦੇ ਪੇਸ਼ੈਂਟਸ ਨੂੰ, ਡਾਇਗਨੋਸਿਸ ਫੈਸਿਲਿਟੀਜ਼ ਮਿਲਣੀਆਂ ਸ਼ੁਰੂ ਹੋਣਗੀਆਂ, ਜਿਹਦੇ ਨਾਲ ਕਿ ਕੋਈ ਪੇਸ਼ੈਂਟ ਜਿਵੇਂ ਕੋਈ ਰੂਰਲ ਏਰੀਆ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਉਹਨਾਂ ਦਾ ਡਾਇਗਨੋਸਿਸ ਹੋ ਸਕੂਗਾ, ਤਾਂ ਉਹਨਾਂ ਦਾ ਟ੍ਰੀਟਮੈਂਟ ਸ਼ੁਰੂ ਹੋ ਸਕੂਗਾ। ਪਰ ਇਹ ਤਾਂ ਅਸੀਂ 10 ਕਦਮ ਪਿੱਛੇ ਜਾਣ ਵਾਲੀ ਗੱਲ ਹੋ ਗਈ ਕਿ ਜਿਹੜਾ ਆਲਰੇਡੀ ਕੰਟੀਨਿਊਸ ਟ੍ਰੀਟਮੈਂਟ ਮਿਲ ਰਿਹਾ ਸੀਗਾ ਸਰਕਾਰੀ ਹਸਪੀਟਲਸ ਦੇ ਵਿੱਚ, ਉਹ ਵੀ ਬੰਦ ਹੋ ਚੁੱਕਿਆ। ਹੁਣ ਉਹ ਬੰਦ ਹੋਣ ਦੇ ਨਾਲ ਨਾਲ ਜਿਹੜਾ ਮਾਨਸਿਕ ਪਰੇਸ਼ਾਨੀ ਜਿਹੜਾ ਘਰ ਦੇ ਜਿਹੜਾ ਪੇਸ਼ੈਂਟ ਨੂੰ ਹੋਣੀ ਆ ਉਹ ਤਾਂ ਹੋਣੀ ਹੈ ਜੀ, ਜਿਹੜਾ ਪਰਿਵਾਰ ਨੂੰ ਵਿੱਤੀ ਹਾਨੀ ਵੀ ਹੋਣੀ ਸਟਾਰਟ ਹੋ ਗਈ ਹੈ, ਜਿਹਦੇ ਨਾਲ ਕੀ ਹੈ ਹੁਣ ਮੰਨ ਲਓ ਕੋਈ ਬੱਚਾ ਹੈ, ਬੱਚਾ ਬਿਮਾਰ ਹੋ ਜਾਂਦਾ, ਉਹ ਸਕੂਲ ਨਹੀਂ ਜਾਊਗਾ ਤਾਂ ਕੋਵਿਡ ਉਹਦੇ ਮਾਪਿਓ ਨੂੰ ਪਰੇਸ਼ਾਨੀ ਹੋਏਗੀ। ਮਾਪਿਓ ਹੁਣ ਦਵਾਈ ਇੰਨੀ ਮਹਿੰਗੀ ਹੈ ਕਿ ਉਹ ਮੰਗ ਕੇ ਵੀ ਨਹੀਂ, ਮਤਲਬ ਖਰੀਦ ਵੀ ਨਹੀਂ ਸਕਦਾ ਹੈਗਾ, ਜਾਂ ਤਾਂ ਬੱਚੇ ਨੂੰ ਜ਼ਹਿਰ ਦੇ ਦੇਵੇ। ਬੱਚੇ ਨੂੰ ਪਾਲਣਾ ਵੀ ਔਖਾ ਹੈ, ਬੱਚੇ ਨੂੰ ਸਾਰੀ ਰਾਤ ਬੱਚੇ ਦਰਦ ਦੇ ਵਿੱਚ ਰਹਿੰਦੇ ਨੇ, ਤਾਂ ਸਕੂਲ ਕਿੱਦਾਂ ਜਾਣਗੇ? ਹੁਣ ਜੇ ਉੱਦਾਂ ਜੋੜਾ ਜਾਏ ਸਕੂਲ ਆਫ ਐਮੀਨੈਂਸ ਖੋਲ੍ਹੇ ਜਾ ਰਹੇ ਤਾਂ ਬੱਚੇ ਦਾ ਦਾਖਲਾ ਹੀ ਨਹੀਂ ਹੋਊਗਾ, ਤੇ ਜਾਊਗਾ ਕੀ ਜੀ, ਪੜ੍ਹੇਗਾ ਕੀ? ਦੂਸਰਾ, ਹੁਣ ਮਾਪਿਓ ਦੇ ਉੱਤੇ ਕੀ ਅਸਰ ਪੈਂਦਾ ਹੈਗਾ? ਜਦੋਂ ਬੱਚਾ ਸਕੂਲ ਨਹੀਂ ਗਿਆ ਤਾਂ ਮਾਪਿਓ ਪਰੇਸ਼ਾਨ, ਉਹ ਦਵਾਈ ਦੇ ਹਿੱਲੇ ਕਰਨ ਦੇ ਲਈ ਕਿਤੇ ਨਾ ਕਿਤੇ ਹੱਥ ਪੈਰ ਮਾਰੂਗਾ, ਦਿੱਲੀ ਅਪਰੋਚ ਕਰੂਗਾ, ਕਿਸੇ ਹਰਿਆਣੇ 'ਚ ਅਪਰੋਚ ਕਰੂਗਾ, ਉਹਦੇ ਨਾਲ ਵਿੱਤੀ ਨੁਕਸਾਨ ਹੋਊਗਾ, ਪਲੱਸ ਆਪਣੀ ਜੌਬ ਤੋਂ ਛੱਡ ਕੇ ਜਾਊਗਾ, ਛੁੱਟੀ ਲੈ ਕੇ ਜਾਏਗਾ ਜੀ, ਤਾਂ ਉਹ ਵਿੱਤੀ ਹਾਨੀ ਵੀ ਹੋ ਰਹੀ ਹੈ। ਤੀਸਰੀ ਚੀਜ਼ ਇਹ ਆ ਰਹੀ ਹੈ, ਹੁਣ ਮੰਨ ਲਓ ਅਸੀਂ ਜੌਬ ਕਰਦੇ ਹਾਂ ਤਾਂ ਅਸੀਂ ਛੁੱਟੀਆਂ ਲਵਾਂਗੇ ਤਾਂ ਅਲਟੀਮੇਟਲੀ ਸਾਡੀਆਂ ਜੌਬਸ ਜਾਣਗੀਆਂ। ਇਸ ਕਰਕੇ ਅਸੀਂ ਮਤਲਬ ਅੱਗੇ ਵਧਣ ਦੀ ਥਾਂ ਤੇ ਜੋ ਸਰਕਾਰ ਤੋਂ ਉਮੀਦਾਂ ਸੀਗੀਆਂ ਪਿੱਛੇ ਹੀ ਆ ਰਹੇ ਜੀ, ਅੱਗੇ ਨਹੀਂ ਕਿਤੇ ਵੀ ਪਾਸੇ ਵਧ ਰਹੇ। ਤੁਸੀਂ ਕਿੱਥੇ ਜੌਬ ਕਰਦੇ ਹੋ? ਤੁਹਾਨੂੰ ਐਜ਼ ਅ ਹੀਮੋਫੀਲੀਆ ਪੇਸ਼ੈਂਟ ਜਿਹੜਾ ਹੈ ਕਿੰਨੀ ਕੁ ਵਾਰੀ ਮਤਲਬ ਕਿਸ ਤਰੀਕੇ ਦੀ ਦਿੱਕਤਾਂ ਪਰੇਸ਼ਾਨੀਆਂ ਆਈਆਂ ਨੇ? ਮੈਡਮ ਮੈਂ ਪ੍ਰਾਈਵੇਟ ਨੌਕਰੀ ਕਰਦਾ ਜੀ, ਇੱਕ ਬੜੀ ਅੱਛੀ ਫਰਮ ਹੈਗੀ ਆ, ਪਰ ਹੁਣ ਗੱਲ ਇਹ ਹੈ ਵੀ ਜਦੋਂ ਹੁਣ ਗਵਰਨਮੈਂਟ ਜੌਬ ਹੈ ਤਾਂ ਉਹ ਤੋਂ ਛੁੱਟੀ ਲੈ ਸਕਦਾ, ਮੈਡੀਕਲ ਛੁੱਟੀ ਮਿਲਦੀ ਹੈ। ਅਸੀਂ ਛੁੱਟੀ ਲੈਂਦੇ ਤਾਂ ਸਾਡੀ ਸੈਲਰੀਜ਼ ਵੀ ਕੱਟਦੇ ਹਾਂ। ਅਲਟੀਮੇਟਲੀ ਪ੍ਰਾਈਵੇਟ ਜੌਬ ਅਗਲਾ 2 ਦਿਨ ਦੇਖਦਾ, 4 ਦਿਨ ਦੇਖਦਾ ਹੈਗਾ, ਤਾਂ ਉਹ ਘਰ ਤੋਰ ਦਿੰਦਾ ਹੈਗਾ। ਹੁਣ ਮੰਨ ਲਓ ਮੇਰੀ ਹਰੇਕ ਹਫਤੇ ਦੇ ਵਿੱਚ 2 ਵਾਰੀ ਫੈਕਟਰ ਲੱਗਦਾ ਜੀ, ਤਾਂ ਮੈਂ ਆਪਣਾ ਕੰਮ ਐਫੀਸ਼ੀਐਂਟਲੀ ਕੰਪਨੀ ਨੂੰ ਆਪਣਾ ਪੇਬੈਕ ਕਰ ਸਕਦਾ ਜਿੰਨੀ ਮੈਨੂੰ ਸੈਲਰੀ ਦਿੰਦੀ ਹੈ ਕੰਪਨੀ। ਹੁਣ ਜਦੋਂ ਮੈਨੂੰ ਦਵਾਈ ਨਹੀਂ ਮਿਲੇਗੀ ਤਾਂ ਮੈਂ ਕੋਵਿਡ ਤੋਂ ਛੁੱਟੀ ਲੈ ਕੇ ਘਰ ਬੈਠੂੰਗਾ ਤਾਂ ਮੈਨੂੰ ਕੰਪਨੀ ਘਰ ਤੋਰ ਦੇਗੀ ਜੀ, ਜਿਸ ਕਰਕੇ ਮੈਨੂੰ ਵਿੱਤੀ ਹਾਨੀ ਵੀ ਹੋ ਰਹੀ ਹੈ, ਮਾਨਸਿਕ ਪਰੇਸ਼ਾਨੀ। ਮੈਂ ਹੁਣ ਮੈਰਿਡ ਹੈ, ਮੇਰੀ ਕੱਲ੍ਹ ਨੂੰ ਪਰਿਵਾਰ ਵੀ ਮੈਂ ਪਾਲਣਾ, ਬੱਚਿਆਂ ਦੀ ਫੀਸਾਂ ਭਰਨੀਆਂ, ਮੈਂ ਕਿੱਥੋਂ ਭਰ ਸਕਦਾ ਹੈ? ਇਹ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਮੈਡਮ। ਤੁਹਾਡੇ ਬੱਚੇ ਵੀ ਹੈ ਨੇ? ਜੀ ਮੈਡਮ। ਉਹਨਾਂ 'ਚ ਤਾਂ ਨਹੀਂ ਕੋਈ ਅੱਗੇ ਫੈਮਿਲੀ ਦੇ ਵਿੱਚ ਆਇਆ? ਕਿਉਂਕਿ ਇਹ ਵੰਸ਼ ਦੇ ਥਰੂ ਹੁੰਦਾ ਨਾ, ਹੈਰੀਡਿਟਲ ਪ੍ਰੋਬਲਮ ਤਾਂ ਹੈ ਹੀ ਹੈ। ਦੇਖੋ ਮੈਡਮ, ਜਿਸ ਤਰ੍ਹਾਂ ਤੁਸੀਂ ਵੀ ਇਹ ਜੈਨੇਟਿਕ ਡਿਜ਼ੀਜ਼ ਹੈ, ਇਹਦੇ ਵਿੱਚ ਕੀ ਹੈ, ਬੇਟੀ ਕੈਰੀਅਰ ਹੁੰਦੀ ਹੈ, ਬੇਟਾ ਹੀਮੋਫੀਲਿਕ ਹੋ ਸਕਦਾ ਹੈ, ਹੀ ਕੈਨ ਵੀ, ਪਰ ਬੇਟੀ 100% ਕੈਰੀਅਰ ਹੋਏਗੀ। ਉਹਦਾ ਕੀ ਹੈ, ਚਲੋ ਹੁਣ ਜਿਵੇਂ ਟ੍ਰੀਟਮੈਂਟ ਮਿਲਣਾ ਸਟਾਰਟ ਹੋਇਆ, ਡਾਇਗਨੋਸਿਸ ਕਿਤੇ ਅਵੇਲੇਬਲ ਹੋ ਵੀ ਰਿਹਾ ਹੈਗਾ ਕਿ ਭਰੂਣ ਦਾ ਟੈਸਟ ਹੋ ਜਾਂਦਾ ਹੈਗਾ, ਠੀਕ ਹੈ ਜੀ, ਤਾਂ ਉਸ ਕੇਸ ਦੇ ਵਿੱਚ ਉੱਥੇ ਕੋਈ ਨਾ ਕੋਈ ਟ੍ਰੀਟਮੈਂਟ ਜਾਂ ਹੱਲ ਕੀਤਾ ਜਾ ਸਕਦਾ ਹੈ, ਨੈਟਲ ਟੈਸਟ ਹੋ ਜਾਂਦਾ ਜੀ, ਬਿਲਕੁਲ। ਤੇ ਹੁਣ ਕੀ ਹੈ ਕਿ ਜਦੋਂ ਜੇ ਦੇਖਿਆ ਜਾਏ ਅੱਜ ਦੀ ਜਿਹੜੀ ਟ੍ਰੀਟਮੈਂਟ ਹੀ ਅਵੇਲੇਬਲ ਹੋ ਰਿਹਾ, ਤਾਂ
ਕੀ ਕਰਾਂਗੇ ਅਸੀਂ ਅੱਗੇ ਫਰਦਰ ਅਸੀਂ ਕੀ ਤਰੱਕੀ ਬਾਰੇ ਸੋਚ ਸਕਦੇ ਹਾਂ ਆਪਣੇ ਬੱਚੇ ਨੂੰ ਕਿਸ ਤਰ੍ਹਾਂ ਬਣਾਉਣਾ ਚੰਗੇ ਸਕੂਲ 'ਚ ਪੜ੍ਹਾਉਣਾ ਜਦੋਂ ਸਾਨੂੰ ਵੀ ਮਤਲਬ ਇੱਕ ਫਾਈਨੈਂਸ਼ੀਅਲੀ ਲੋਡ ਆ ਜਾਏਗਾ ਤਾਂ ਅਸੀਂ ਆਪਣੇ ਬੱਚਿਆਂ ਨੂੰ ਵੀ ਕਿਵੇਂ ਪੜ੍ਹਾ ਸਕਦੇ ਤੁਹਾਡੇ ਕੋਲ ਬੇਟਾ ਹੈ ਜਾਂ ਬੇਟੀ ਹੈ? ਮੇਰੇ ਕੋਲ ਬੇਟੀ ਹੈ ਮੈਡਮ 11 ਸਾਲ ਦੀ ਜੀ ਹੋਮੋਫਿਲਿਕ ਨਹੀਂ ਹੋ ਵੀ? ਨਹੀਂ ਉਹ ਹੀਮੋਫਿਲਿਕ ਨਹੀਂ ਹੈ ਮੈਡਮ ਐਕਚੁਅਲੀ ਕੀ ਹੁੰਦਾ ਹੈਗਾ ਇੱਕ ਮਤਲਬ carrier ਹੈ। ਕੈਰੀਅਰ ਹੈ ਉਹ ਕਿ ਉਹਦਾ ਕੈਰੀਅਰ ਡਿਟੈਕਸ਼ਨ ਟੈਸਟ ਹੁੰਦਾ ਹੈਗਾ ਹੋ ਗਿਆ ਨਿਕਲੇ ਹੈਗੇ ਨੇ ਉਹ ਕੈਰੀਅਰ? ਮੈਡਮ ਕੀ ਹੈ ਕਿ ਪੰਜਾਬ ਸਰਕਾਰ ਵੱਲੋਂ ਕਿਤੇ ਵੀ ਕੈਰੀਅਰ ਡਿਟੈਕਸ਼ਨ ਟੈਸਟ ਨਹੀਂ ਕੀਤਾ ਜਾ ਰਿਹਾ ਹਾਲ ਦੀ ਘੜੀ ਹਲੇ ਸਿਰਫ ਪੀਜੀਆਈ ਦੇ ਵਿੱਚ ਹੁੰਦਾ ਹੈਗਾ ਕੈਰੀਅਰ ਡਿਟੈਕਸ਼ਨ ਟੈਸਟ ਉਹ ਕੀ ਆ ਫਰਦਰ ਆਉਣ ਅਜੇ ਜ਼ਰੂਰਤ ਨਹੀਂ ਸਮਝੀ ਗਈ ਤਾਂ ਕਰਕੇ ਨਹੀਂ ਕਰਾਇਆ ਗਿਆ ਜਦੋਂ ਜ਼ਰੂਰ ਸਮਝੀ ਜਾਏਗੀ ਹੋਰ ਆਉਣ ਵਾਲੇ ਜਦੋਂ ਮੈਰਿਜ ਦੇ ਟਾਈਮ ਦੇ ਵਿੱਚ ਕੈਰੀਅਰ ਡਿਟੈਕਸ਼ਨ ਟੈਸਟ ਜ਼ਰੂਰ ਕਰਵਾਇਆ ਜਾਏਗਾ ਧੰਨਵਾਦ ਜੀ। ਥੈਂਕ ਯੂ ਤੁਸੀਂ ਵੀ ਖੁਦ ਵੀ ਹੈਗੇ ਹੋ ਤੁਸੀਂ ਵੀ ਪੇਸ਼ੈਂਟ ਹੋ? ਕਿੱਥੋਂ ਆਏ ਹੋ ਤੁਸੀਂ? ਕੀ ਨਾਮ ਹੈ ਤੁਹਾਡਾ? ਮੈਂ ਗੁਰਸ਼ੋਭ ਸਿੰਘ ਮੈਂ ਪਾਤੜਾਂ ਤੋਂ ਆਇਆ ਜੀ। ਹਾਂਜੀ ਤੁਹਾਨੂੰ ਕੀ ਦਿੱਕਤਾਂ ਪਰੇਸ਼ਾਨੀਆਂ ਆ ਰਹੀਆਂ ਤੁਹਾਡੇ ਤੇ? ਪਾਤੜਾਂ ਜੇ ਗੱਲ ਕਰੀਏ ਤਾਂ ਡਿਸਟ੍ਰਿਕਟ ਪਟਿਆਲਾ 'ਚ ਪੈਂਦਾ ਹੈ ਔਰ ਪਟਿਆਲਾ ਦੇ ਹੀ ਮੰਤਰੀ ਨੇ ਸਿਹਤ ਮੰਤਰੀ ਬਲਬੀਰ ਸਿੰਘ ਜੀ ਤਾਂ ਉੱਥੇ ਆਉਂਦੇ ਜਾਂਦੇ ਵੀ ਬਹੁਤ ਰਹਿੰਦੇ ਲੋਕਾਂ ਦੇ ਵਿੱਚ ਪਪੂਲਰ ਵੀ ਕਾਫੀ ਨੇ ਫਿਰ ਤੁਹਾਨੂੰ ਵੀ ਤੁਸੀਂ ਵੀ ਇਸ ਬੈਠਕ 'ਚ ਬੈਠੇ ਹੋ ਜਿੱਥੇ ਕਿ ਸ਼ਾਰਟੇਜ ਦੀ ਗੱਲ ਕੀਤੀ ਜਾ ਰਹੀ ਹੈ ਫੈਕਟਰ ਇੰਜੈਕਸ਼ਨ ਦੇ ਤੁਸੀਂ ਕਦੀ ਸਿੱਧਾ ਰਾਬਤਾ ਕਾਇਮ ਜਾਂ ਕਿਸੇ ਤਰੀਕੇ ਦੇ ਨਾਲ ਜਾਣ ਦੀ ਕੋਸ਼ਿਸ਼ ਕੀਤੀ ਹੈ? ਤੁਹਾਡਾ ਕਦੀ ਗੱਲਬਾਤ ਹੋਈ ਉਹਨਾਂ ਨਾਲ? ਮੈਮ ਕੋਸ਼ਿਸ਼ਾਂ ਤਾਂ ਹੁੰਦੀਆਂ ਨੇ ਬਟ ਅੱਜ ਜੇ ਗੱਲਬਾਤ ਹੁੰਦੀ ਤਾਂ ਇੱਥੇ ਕਿਉਂ ਹੁੰਦੇ ਠੀਕ ਹੈ ਜੇ ਕੋਈ ਰਿਜ਼ਲਟ ਹੁੰਦਾ ਤਾਂ ਅੱਜ ਸਾਨੂੰ ਇਕੱਠੇ ਹੋਣ ਦੀ ਤਾਂ ਜ਼ਰੂਰਤ ਹੀ ਨਹੀਂ ਸੀ ਬਹੁਤ ਵਾਰ ਕੋਸ਼ਿਸ਼ਾਂ ਹੋਈਆਂ ਲਾਸਟ ਟਾਈਮ ਪਟਿਆਲਾ ਦੇ ਵਿੱਚ ਮੀਟਿੰਗ ਹੋਈ ਸੀ ਠੀਕ ਹੈ ਉਸ ਤੋਂ ਬਾਅਦ ਇੱਥੇ ਬੈਠੇ ਹਾਂ ਜੀ ਠੀਕ ਹੈ ਜੇ ਕੋਈ ਐਫੀਸ਼ੀਐਂਟ ਰਿਜ਼ਲਟ ਹੁੰਦਾ ਤਾਂ ਸਾਨੂੰ ਦੁਬਾਰਾ ਇਕੱਠੇ ਹੋਣ ਦੀ ਜ਼ਰੂਰਤ ਹੀ ਨਹੀਂ ਸੀ ਤੁਸੀਂ ਕਰਦੇ ਕਿਉਂ ਔਰ ਤੁਹਾਨੂੰ ਕਿਸ ਤਰ੍ਹਾਂ ਦੀ ਦਿੱਕਤਾਂ ਆਈਆਂ ਨੇ ਹਜੇ ਤੱਕ ਜੇ ਹੀਮੋਫੀਲੀਆ ਨੂੰ ਲੈ ਕੇ ਕਿੰਨੀ ਕੁ ਏਜ ਹੈ ਤੁਹਾਡੀ ਨਾਲ ਕੀ ਕਰਦੇ ਹੋ? ਮੈਮ ਮੇਰੀ ਏਜ 27 ਹੈ ਐਕਚੁਅਲੀ ਮੈਂ ਗਵਰਨਮੈਂਟ ਜੋਬ ਲਈ ਪ੍ਰਪੇਅਰ ਕਰਦਾ ਤੇ ਉਹਦੇ ਵਿੱਚ ਦਿੱਕਤ ਇਦਾਂ ਆਈ ਹੈ ਜੀ ਮੇਰਾ 17 ਮਈ ਦਾ ਐਕਸਾਈਜ਼ ਦਾ ਪੇਪਰ ਸੀ ਜਦ ਕਿ ਮੇਰਾ ਅਪ੍ਰੈਲ ਬੈੱਡ ਤੇ ਗਿਆ ਤੇ ਉਹਦੇ ਵਿੱਚ ਜੋਬ ਦੇ ਵਿੱਚ ਹੁਣ ਮੇਰਾ ਹੈਂਡੀਕੈਪਡ ਦੇ ਵਿੱਚ ਸੈਕੰਡ ਰੈਂਕ ਆ ਤੇ ਆਪ ਦੇਖੋ ਮੇਰਾ ਇੱਕ ਮੰਥ ਉਸ ਤੋਂ ਪਹਿਲਾਂ ਪੂਰਾ ਬੈੱਡ ਤੇ ਗਿਆ ਜਿਸ ਕਰਕੇ ਗਵਰਨਮੈਂਟ ਦੀ ਲਾਪਰਵਾਹੀ ਕਰਕੇ ਮੈਂ ਉਸ ਜੋਬ ਤੋਂ ਰਹਿ ਚੁੱਕਿਆ ਸਿਰਫ 2 ਜਾਂ 3 ਨੰਬਰਾਂ ਕਰਕੇ ਅਪ੍ਰੈਲ ਦਾ ਪੂਰਾ ਮੰਥ ਮੇਰਾ ਬੈੱਡ ਤੇ ਗਿਆ ਤੇ ਉਹ ਚੀਜ਼ ਦਾ ਘਾਟਾ ਮੈਂ ਜਾਣਦਾ ਵੀ ਮੇਰੀ ਇੱਕ ਐਕਸਾਈਜ਼ ਦੀ ਡਿਊਟੀ ਜਾਂ ਜੋਬ ਕਿੱਦਾਂ ਮੇਰੇ ਤੋਂ ਲੂਜ਼ ਹੋਈ ਹਾਂਜੀ ਤੁਹਾਡੇ ਆਸ-ਪਾਸ ਵੀ ਹੋਰ ਵੀ ਨੇ ਜਾਂ ਤੁਹਾਡੀ ਫੈਮਿਲੀ ਵਿੱਚ ਕੋਈ ਹੋਰ ਵੀ ਨੇ ਹੀਮੋਫੀਲਿਕ? ਨਹੀਂ ਮੈਮ ਫੈਮਿਲੀ ਦੇ ਬੈਕਗ੍ਰਾਉਂਡ ਨਹੀਂ ਆ ਸਿਰਫ ਮੇਰੇ ਤੋਂ ਹੀ ਸੀ ਮੇਰੀ ਫੈਮਿਲੀ ਫਸਟ ਪਰਸਨ ਮੈਂ ਹੀ ਡਿਟੈਕਟ ਕਿੰਨਾ ਕੁ ਔਖਾ ਹੁੰਦਾ ਤੁਹਾਨੂੰ ਕਿਉਂਕਿ ਅਜੇ ਤਾਂ ਤੁਸੀਂ ਵੈਸੇ ਜੌਬ ਵਗੈਰਾ ਦੀ ਕੋਸ਼ਿਸ਼ ਹੀ ਕਰ ਰਹੇ ਹੋ ਤੁਹਾਨੂੰ ਕੀ ਤਕਲੀਫਾਂ ਆਈਆਂ ਨੇ ਬੇਸਿਕਲੀ ਤੁਸੀਂ ਇੱਕ ਤਾਂ ਦੱਸਦੀ ਵੀ ਮੈਂ ਬੈੱਡ ਤੇ ਸੀਗਾ ਔਰ ਕਿੱਥੇ ਹੋਈ ਸੀ ਬੈੱਡ ਤੇ ਕਿਉਂ ਆਉਣਾ ਪਿਆ ਤੁਹਾਨੂੰ? ਮੈਮ ਪਹਿਲਾਂ ਮੇਰੇ ਐਂਕਲ ਤੇ ਬਲੀਡ ਹੋਈ ਸੀ ਐਂਕਲ ਬਲੀਡ ਹਾਂਜੀ ਜਿੱਦਾਂ 2 ਅਪ੍ਰੈਲ ਤੋਂ ਮੇਰੇ ਐਂਕਲ ਬਲੀਡ ਹੋ ਗਿਆ ਫੈਕਟਰ ਅਵੇਲੇਬਲ ਨਹੀਂ ਸੀ ਕਿਤੇ ਵੀ ਬਹੁਤ ਕੋਸ਼ਿਸ਼ ਤੋਂ ਬਾਅਦ ਵੀ ਨਹੀਂ ਮਿਲਿਆ ਤੇ ਉਸ ਤੋਂ ਬਾਅਦ 10-15 ਦਿਨ ਬੈੱਡ ਤੇ ਰਿਹਾ ਸਿਰਫ 2 ਦਿਨ ਠੀਕ ਹੋਇਆ ਬੈੱਡ ਤੇ ਰਹਿਣ ਦੇ ਕਾਰਨ ਮੇਰੇ ਸਵਾਸ ਮਸਲ ਬਲੀਡ ਹੋ ਗਿਆ ਸਵਾਸ ਮਸਲ ਬਲੀਡ ਤੋਂ ਬਾਅਦ ਹਾਂਜੀ ਉਸ ਤੋਂ ਬਲੀਡ ਤੋਂ ਬਾਅਦ ਫਿਰ ਮੈਂ ਬੈੱਡ ਤੇ ਸਿਰਫ ਮੈਂ ਅਪ੍ਰੈਲ ਦੇ ਮਹੀਨੇ 3 ਦਿਨ ਤੁਰਿਆ ਹੋਣਾ 3 ਵੀ ਨਹੀਂ ਅਸਲ 2 ਤੇ ਬਾਕੀ ਸਾਰਾ ਮੰਥ ਮੇਰਾ ਬੈੱਡ ਤੇ ਆ 27 ਤੋਂ 28 ਅਪ੍ਰੈਲ ਮੈਂ ਉੱਠਿਆ ਸੀ ਬੈੱਡ ਤੋਂ 2 ਅਪ੍ਰੈਲ ਤੋਂ ਲੈ ਕੇ 28 ਤੱਕ ਤਾਂ ਉਸ ਤੋਂ ਬਾਅਦ ਮੇਰਾ 17 ਦਾ ਪੇਪਰ ਸੀ ਸਿਰਫ ਮੈਨੂੰ 10 ਤੋਂ 15 ਦਿਨ ਹੀ ਮਿਲੇ ਪ੍ਰੈਪਰੇਸ਼ਨ ਲਈ ਜਿਸ ਦੇ ਵਿੱਚ ਨਾ ਮੈਂ ਕਲਾਸ ਲਾ ਸਕਿਆ ਨਾ ਮੈਂ ਪੇਨ ਦੇ ਕਾਰਨ ਕੁਝ ਵੀ ਨਹੀਂ ਕਰ ਸਕਿਆ ਬਲੀਡਿੰਗ ਨਾਲ ਕਿਵੇਂ ਦੀ ਪੇਨ ਹੁੰਦੀ ਹੈ? ਤਿੱਖੀ ਪੇਨ ਹੁੰਦੀ ਹੈ ਸੋਜਾ ਆਉਂਦਾ ਕੀ ਹੁੰਦਾ ਹੈ? ਮੈਮ ਪਹਿਲਾਂ ਸੋਜਾ ਹੀ ਆਏਗਾ ਉਸ ਤੋਂ ਬਾਅਦ ਪੇਨ ਦਾ ਤਾਂ ਕੋਈ ਅੰਤ ਹੀ ਨਹੀਂ ਆ ਫਿਰ ਇਮੀਡੀਏਟਲੀ ਫੈਕਟਰ ਨਾ ਹੋਵੇ ਜੇ ਤਾਂ ਪੇਨ ਕਿਵੇਂ ਫਿਰ ਤੁਸੀਂ ਲੋਕ ਕਿਵੇਂ ਉਹਨੂੰ ਕਾਬੂ ਕਿਵੇਂ ਕਰਦੇ ਹੋ ਪੇਨ ਨੂੰ? ਮੈਮ ਉਹਦੇ ਲਈ ਤਾਂ ਜਾਂ ਤਾਂ ਆਪਾਂ ਨੂੰ ਆਈਸ ਵਗੈਰਾ ਲਗਾ ਕੇ ਠੀਕ ਹੈ ਜਾਂ ਫਿਰ ਤੁਹਾਨੂੰ ਪਤਾ ਹੀ ਹੈ ਐਂਟੀ ਦਰਦ ਦੀਆਂ ਗੋਲੀਆਂ ਵਗੈਰਾ ਉਹ ਤਾਂ ਵਰਕ ਕਰਦੀਆਂ ਇਹ ਜਿਹੜੀਆਂ ਦਰਦ ਵਾਲੀਆਂ ਗੋਲੀਆਂ ਨੇ 20 ਤੋਂ 30% ਜ਼ਿਆਦਾ ਨੇ ਓਨਲੀ ਵੀ ਸਿਰਫ ਆਪਾਂ ਨੂੰ ਦਿਨ ਦੇ ਵਿੱਚ 4 ਘੰਟੇ ਨੀਂਦ ਆ ਜੇ ਉਸ ਤੋਂ ਜ਼ਿਆਦਾ ਤਾਂ ਕੁਝ ਫੈਕਟਰ ਹੀ ਚਾਹੀਦਾ ਹੁੰਦਾ ਇੰਜੈਕਸ਼ਨ ਹੀ ਬੇਸਿਕਲੀ ਦਾ ਇਲਾਜ ਹੈ ਜੇ ਜਾਂ ਇਹਨੂੰ ਰਿਲੀਫ ਹੈ ਕਹਿੰਦੇ ਇਲਾਜ ਤਾਂ ਨਹੀਂ ਹੈਗਾ ਇਲਾਜ ਤਾਂ ਹੈ ਨਹੀਂ ਇਹਦਾ ਪਰ ਉਹੀ ਰਿਲੀਫ ਹੈ ਮਤਲਬ ਰਾਹਤ ਦੇ ਸਕਦਾ ਹੈ ਓਨਲੀ ਫੈਕਟਰ ਮੈਮ ਜੋ ਵੀ ਆਪਾਂ ਦਵਾਈਆਂ ਯੂਜ਼ ਕਰਦੇ ਹਾਂ ਉਹ ਇੱਕ ਟੈਂਪਰੇਰੀ ਹੈ ਸਿਰਫ ਆਪਾਂ ਨੂੰ ਕੁਝ ਘੰਟੇ ਲਈ ਸੌਣ ਦੇ ਲਈ ਹੈਲਪ ਕਰ ਸਕਦੀਆਂ ਦਰਦ ਦੇ ਵਿੱਚ ਹੋਰ ਕੋਈ ਉਹਨਾਂ ਦਾ ਮੌਜੂਦਾ ਉਹ ਨਹੀਂ ਹੈ ਦਰਦ ਤੋਂ ਬਿਨਾ ਫੈਕਟਰ ਹੀ ਲਾਸਟ ਇਹਦਾ ਆਪਸ਼ਨ ਹੈ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਹੱਥਾਂ 'ਚ ਤਖਤੀਆਂ ਫੜੀਆਂ ਹੋਈਆਂ ਦੇਖੀਆਂ ਬੜੀਆਂ ਅਲੱਗ-ਅਲੱਗ ਜਿਹੀਆਂ ਤਖਤੀਆਂ ਸੀਗੀਆਂ ਜਿਹਦੇ 'ਚ ਸਾਫ਼-ਸਾਫ਼ ਸਰਕਾਰ ਨੂੰ ਕਿਹਾ ਜਾ ਰਿਹਾ ਹੈ ਵੀ ਸਾਨੂੰ ਮਰਨ ਲਈ ਕਿਉਂ ਛੱਡਿਆ ਜਾ ਰਿਹਾ ਹੈ ਅਸੀਂ ਵੀ ਮਰੀਜ਼ ਹਾਂ ਔਰ ਸਾਡੀ ਸਿਰਫ ਮਰੀਜ਼ ਨਹੀਂ ਹੈਗੇ ਲਾਈਫ ਸੇਵਿੰਗ ਡਰੱਗ ਹੈ ਮਤਲਬ ਅਰਜੈਂਸੀ ਵਾਲੇ ਮਰੀਜ਼ ਹੈਗੇ ਸਾਨੂੰ ਇਮੀਡੀਏਟ ਰਿਲੀਫ
ਐਮਰਜੈਂਸੀ 'ਚ ਸਾਨੂੰ ਚਾਹੀਦੀ ਹੈ। ਔਰ ਦਵਾਈ ਕੋਈ ਨਿੱਕੀ ਮੋਟੀ ਗੋਲੀ ਨਹੀਂ ਹੈਗੀ, ਫੈਕਟਰ ਇੱਕ ਇੰਜੈਕਸ਼ਨ ਹੈਗਾ, ਇਸ ਕਰਕੇ ਉਹ ਮੁਹੱਈਆ ਕਰਵਾਓ। ਨਹੀਂ ਤਾਂ ਜਿੱਥੋਂ ਤੱਕ ਹੈ ਕਿ ਪਤਾ ਮਤਲਬ ਤੁਹਾਡੇ ਵਿੱਚੋਂ ਹੀ ਲੋਕ ਕਹਿ ਰਹੇ ਸੀ ਨਹੀਂ ਤਾਂ ਅਸੀਂ ਮਰਨ ਵਰਤੇ ਵੀ ਬਹਿ ਜਾਵਾਂਗੇ ਕਹਿੰਦੇ। ਮੈਮ ਇੱਦਾਂ ਸਰਕਾਰ ਦੇ ਅੱਗੇ ਦਾ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਕੇ ਹਟਿਆ ਕਿ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਹੀਮੋਫੀਲੀਆ ਦੇ ਕਰਕੇ ਸਰਕਾਰ ਦੀ ਨੈਗਲੀਜੈਂਸ ਕਰਕੇ ਸਾਡੇ ਹੱਥੋਂ ਖੋਈਆਂ ਗਈਆਂ। ਜਿੱਦਾਂ ਮੇਰੀ ਜੋਬ ਗਈ, ਠੀਕ ਹੈ, ਸਿਰਫ 2 ਨੰਬਰ ਦਾ ਫਰਕ ਹੈ। ਕਿਉਂ? ਫੈਕਟਰ ਅਵੇਲੇਬਲ ਹੁੰਦਾ ਤਾਂ ਸਾਨੂੰ ਜ਼ਰੂਰਤ ਹੀ ਨਹੀਂ ਸੀ, ਮੇਰਾ ਪੂਰਾ ਮੰਥ ਸੇਵ ਹੁੰਦਾ ਹੈ। ਇਹਨਾਂ ਦੀ ਨੈਗਲੀਜੈਂਸ ਕਰਕੇ ਪੂਰਾ ਦਾ ਪੂਰਾ ਸਾਨੂੰ ਬਹੁਤ ਜ਼ਿਆਦਾ ਇੱਕ ਮਰਨ ਵਾਲੀ ਕੰਡੀਸ਼ਨ ਹੀ ਹੋ ਜਾਂਦੀ ਹੈ ਉੱਥੇ, ਠੀਕ ਹੈ। ਜਦੋਂ ਆਪਾਂ ਇੱਕ ਏਜ ਦੇ ਵਿੱਚ ਆ 27-28 ਸਾਲ ਦੀ, ਘਰਦਿਆਂ ਦੇ ਵੀ ਉੱਤੇ ਵੀ ਬੋਝ ਆ, ਠੀਕ ਹੈ, ਬੋਝ ਹੀ ਕਹਿ ਸਕਦੇ ਹਾਂ। ਉਹ ਵੀ ਦੇਖ ਰਹੇ ਨੇ ਆਪਾਂ ਨੂੰ, ਠੀਕ ਹੈ, ਸਾਡਾ ਬੱਚਾ ਕਿੱਦਾਂ। ਮੈਂ ਘੱਟੋ ਘੱਟ 1 ਸਾਲ ਤੋਂ ਮਿਹਨਤ ਕਰ ਰਿਹਾ, ਸਿਰਫ 1 ਮੰਥ ਨੇ ਮੇਰਾ ਸਾਰਾ ਪਾਣੀ ਉਹ ਕਰ ਉਸ ਚੀਜ਼ ਦੀ ਤੁਸੀਂ ਆਪ ਖੁਦ ਸਮਝ ਸਕਦੇ ਹੋ। ਜਿਹੜਾ ਤੁਸੀਂ ਫੈਕਟਰ ਲਗਵਾਉਂਦੇ ਹੋ, ਵੋਇਲ ਲਗਵਾਉਂਦੇ ਹੋ, ਅਵੇਲੇਬਲ ਸਰਕਾਰੀ ਹਸਪਤਾਲਾਂ 'ਚ ਹੁੰਦੀ ਹੈ, ਉੱਥੋਂ ਲੈ ਕੇ ਆਉਂਦੇ ਹੋ। ਇਹ ਬਾਹਰੋਂ ਵੀ ਮਿਲਦੀ ਹੈ ਪ੍ਰਾਈਵੇਟ? ਕੋਈ ਪੇ ਕਿੰਨਾ ਕੁ ਕਰਨਾ ਪੈਂਦਾ? ਇਕਨੋਮਿਕਲ ਬਰਡਨ ਕਿੰਨਾ ਕੁ ਹੈਗਾ? ਹਾਂ, ਇਕਨੋਮਿਕਲ ਬਰਡਨ ਤਾਂ ਬਹੁਤ ਜ਼ਿਆਦਾ ਡਿਪੈਂਡ ਕਰਦਾ ਆਪਣਾ ਬੋਡੀ ਵੇਟ ਕਿੰਨਾ। ਨੋਰਮਲੀ ਜਿੱਦਾਂ 6-7 ਰੁਪਏ ਯੂਨਿਟ ਤੋਂ ਮਿਨੀਮਮ ਆ, ਇਸ ਤੋਂ ਜ਼ਿਆਦਾ ਵੀ ਬਹੁਤ ਆ, ਠੀਕ ਹੈ। ਅਤੇ ਇੱਕ ਵਾਰ 'ਚ ਜੇ ਆਪਾਂ ਨੂੰ 1000 ਯੂਨਿਟ ਲੱਗ ਰਿਹਾ ਤਾਂ ਤੁਸੀਂ ਦੇਖੋ ਇੱਕ ਵਾਰ 'ਚ ਉਹ ਠੀਕ ਨਹੀਂ ਆਉਂਦਾ, ਘੱਟੋ ਘੱਟ 2-3 ਦਿਨ ਲਗਾਤਾਰ ਚਾਹੀਦਾ ਆਪਾਂ ਨੂੰ। ਅਤੇ ਆਪ ਦੇਖੋ ਇੱਕ ਵਾਰ 'ਚ ਕਿੰਨੀ ਡੋਜ਼ ਹੋਏਗੀ, 30-40 ਹਜ਼ਾਰ ਦੀ ਡੋਜ਼ ਤਾਂ ਨੋਰਮਲ ਇੱਕ ਪੇਨ ਦੇ ਵਿੱਚ ਹਾਂਜੀ 4 ਦਿਨ ਲੱਗੇ ਤਾਂ ਹਾਂਜੀ। ਅਤੇ ਤੁਸੀਂ ਆਪ ਕੈਲਕੂਲੇਸ਼ਨ ਕਰਕੇ ਦੇਖੋ ਵੀ ਇੱਕ ਨੋਰਮਲ ਫੈਮਿਲੀ ਕਿੱਥੋਂ ਅਫੋਰਡ ਕਰ ਸਕਦੀ ਆ ਇਹ ਡਰੱਗ। ਸਰਕਾਰ ਨੂੰ ਤੁਹਾਨੂੰ ਤੁਸੀਂ ਕਹਿੰਦੇ ਹੋ ਕਿ ਫ੍ਰੀ ਮੁਹੱਈਆ ਕਰਵਾਉਣੀ ਚਾਹੀਦੀ ਹੈ? ਹਾਂ ਬਿਲਕੁਲ, ਮੈਂ ਸਰਕਾਰ ਨੂੰ ਫ੍ਰੀ, ਹਾਈ ਕੋਰਟ ਦੇ ਆਰਡਰ ਨੇ, ਸਰਕਾਰ ਮੁਹੱਈਆ ਫ੍ਰੀ ਕਰਾਏ। ਨਹੀਂ ਤਾਂ ਫਿਰ ਉਸ ਤੋਂ ਬਾਅਦ ਤਾਂ ਤੁਹਾਨੂੰ ਵੀ ਪਤਾ ਹਾਈ ਕੋਰਟ ਤਾਂ ਕਹਿ ਰਿਹਾ ਫ੍ਰੀ ਦਿਓ, ਸਰਕਾਰ ਕਹਿ ਰਹੀ ਹੈ ਅਸੀਂ ਫ੍ਰੀ ਦੇ ਰਹੇ ਹਾਂ, ਬਟ ਲੈਬ ਕਿੱਥੇ ਆ? ਲੈਬ ਤਾਂ ਇੱਥੇ ਹੈ ਨਾ। ਅਸੀਂ ਕਿਉਂ ਇੱਥੇ ਸੜਕਾਂ 'ਤੇ ਰੋਲ ਰਹੇ ਹਾਂ ਅੱਜ ਇੰਨੇ ਮਹੀਨੇ? ਇਹ ਸਰਕਾਰ ਦੀ ਹੀ ਕਮੀ ਆ। ਬਹੁਤ ਬਹੁਤ ਧੰਨਵਾਦ। ਸਾਡੇ ਨਾਲ ਕੁਝ ਮਰੀਜ਼ ਸੀਗੇ ਹੀਮੋਫੀਲੀਆ ਦੇ, ਅਸੀਂ ਗੱਲਬਾਤ ਕਰਵਾਈ ਹੈ, ਜਿਹਦੇ ਵਿੱਚ ਨੌਜਵਾਨ ਵੀ ਨੇ, ਨੌਕਰੀ ਪੇਸ਼ਾ ਕਰ ਰਹੇ, ਇੱਕ ਇੱਥੇ ਬੈਠੇ ਹੋਏ ਨੇ ਸਾਡੇ ਨਾਲ ਮਰੀਜ਼, ਔਰ ਇੱਕ ਬਹੁਤ ਹੀ ਛੋਟਾ 1.25 ਸਾਲ ਦਾ ਬੱਚਾ ਹੈ। ਬਹੁਤ ਹੀ ਤਕਲੀਫ ਦੇਣ ਵਾਲੀ ਹੈ ਇੱਕ ਕੰਡੀਸ਼ਨ ਹੈਗੀ ਹੈ ਸਰੀਰ ਦੀ, ਜਿਹਦੇ ਵਿੱਚ ਕਿ ਖਾਸ ਕਰਕੇ ਖੂਨ, ਉਹਨਾਂ ਛੋਟੇ ਬੱਚੇ ਦੀ ਤਾਂ ਇੱਥੋਂ ਤੱਕ ਗੱਲ ਉਹਨਾਂ ਨੇ ਦੱਸੀ ਕਿ ਉਹ ਦੰਦੀਆਂ ਜਿਵੇਂ ਬੱਚੇ ਕੱਢਦੇ, ਦੰਦ ਕੱਢਦੇ ਹੈ, ਦੰਦ ਕੱਢ ਰਿਹਾ ਸੀ, ਉਸ 'ਚੋਂ ਖੂਨ ਆਉਣਾ ਸ਼ੁਰੂ ਹੋ ਗਿਆ ਅਤੇ 3 ਦਿਨ ਤੱਕ ਜਿਹੜਾ ਖੂਨ ਉਹ ਬੰਦ ਨਹੀਂ ਹੋਇਆ। ਬਹੁਤ ਔਖਾ ਹੁੰਦਾ ਹੈ। ਇਸ ਕਰਕੇ ਨਾ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਸਰਕਾਰ ਨੂੰ ਗੁਹਾਰ ਲਗਾ ਰਹੇ ਕਿ ਸਾਨੂੰ ਇਹ ਫ੍ਰੀ ਮੁਹੱਈਆ ਕਰਵਾਈ ਜਾਵੇ ਔਰ ਮੁਹੱਈਆ ਕਰਵਾਈ ਜਾਵੇ ਤਾਂ ਜੋ ਸਾਡੇ ਇਲਾਜ ਹੋ ਸਕੇ। ਸਾਨੂੰ ਇਹਦੀ ਇਮੀਡੀਏਟ ਅਰਜੈਂਸੀ ਦੇ ਵਿੱਚ ਲੋੜ ਹੁੰਦੀ ਹੈ। ਕੈਮਰਾ ਪਰਸਨ ਸਰਬਜੀਤ ਦੇ ਨਾਲ ਬਿੰਦੂ ਸਿੰਘ, ਚੰਡੀਗੜ੍ਹ। ਤੁਸੀਂ ਦੇਖਦੇ ਰਹੋ D5 ਚੈਨਲ ਪੰਜਾਬੀ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ। ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ। ਖੋਲਾਂਗੇ ਅੰਦਰੂਨੀ ਰਾਜ। ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ, ਹਰ ਸ਼ਹਿਰ ਜਾਵਾਂਗੇ। ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ। ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਤ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਹੈ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ सिर्फ लोकां दी गल। धर्म, धरोहर, सेहत और संस्कृति की होगी बात। अब D5 चैनल हिंदी भी होगा सर। D5 चैनल पंजाबी, अपनी धरती, अपने लोक। सत श्री अकाल जी, मैं हाँ कुलराज रंधावा ते तुसी देख रहे हो D5 चैनल पंजाबी, जिहड़ा लॉन्च हो चुका है हुण कैनेडा विच।